ਅਮਰੀਕਾ ਇਸ ਗੱਲ ਦਾ ਦਾਅਵਾ ਕਰਦਾ ਵੀ ਦੁਨੀਆ ਨੂੰ 6 ਵਾਰ ਜਾਂ 7 ਵਾਰ ਖਤਮ ਕਰਨ ਦੇ ਡੈਟਰੈਂਸ ਜਿਹੜੇ ਹਥਿਆਰ ਆ ਉਹਨੇ ਬਣਾ ਲਏ ਨੇ। ਇਹ ਜਿਹੜੇ ਅੰਨ ਪਦਾਰਥ ਨੇ ਇਹ ਜਰਮਨ ਦੀ ਪ੍ਰਾਪਰਟੀ ਆ ਤੇ ਅਸੀਂ ਸਾਡਾ ਮੁਲਕ ਤੁਹਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਸਾਡੀ ਜਿਹੜੀ ਪ੍ਰਾਪਰਟੀ ਆ ਉਹਨੂੰ ਵੇਸਟ ਕਰੋ। ਕਿੰਨਾ ਮੁਸ਼ਕਲ ਹੋਵੇਗਾ ਕਿਸੇ ਬੰਦੇ ਦਾ ਕੁਝ ਵੀ ਖਾਣ ਨੂੰ ਮਿਲੇ ਬਿਨਾਂ ਹੀ ਮਰ ਜਾਣਾ। ਸਿੱਧਾ ਕਹਿ ਲਈਏ ਤੇ ਬੋਲਣ ਦੀ ਆਜ਼ਾਦੀ ਖੋਣ ਦਾ ਇੱਕ ਨਵਾਂ ਤਰੀਕਾ ਲੱਭ ਲਿਆ ਸਰਕਾਰ ਨੇ। ਅੱਜ ਸਰਕਾਰ ਵੀ ਜੇ ਕੋਈ ਰੂਲ ਪੇਸ਼ ਕਰਦੀ ਆ, ਜੇ ਕੋਈ ਦਫ਼ਤਰ ਤੋਂ ਦਫ਼ਤਰ ਨੂੰ ਸੁਨੇਹਾ ਆਉਂਦਾ ਤੇ ਉਹ ਸਾਰੇ ਦਾ ਸਾਰਾ WhatsApp ਤੇ ਹੀ ਆਉਂਦਾ। ਇਹਨਾਂ ਨੂੰ ਹੁਣ ਬੰਦ ਕਰਕੇ ਪਿੱਛਾ ਛੁਡਾ ਕੇ ਨਹੀਂ ਜਾਣ ਕਰ ਸਕਦੇ। ਸਿਸਟਮ ਨੂੰ ਸੁਧਾਰਨ ਦੀ ਲੋੜ। ਵਿਦਿਆਰਥੀਆਂ ਨੂੰ ਇਹਨਾਂ ਨੇ ਘਰਾਂ 'ਚ ਬਿਠਾਇਆ ਹੋਇਆ। ਪੰਜਾਬ ਸਰਕਾਰ ਨੇ ਤਾਂ ਪ੍ਰਮੋਟ ਕਰਤੇ ਨੇ, ਪਰ CBSE ਪ੍ਰੀਖਿਆਵਾਂ ਨੂੰ ਲੈ ਕੇ ਅਜੇ ਵੀ ਰੇੜਕਾ ਬਰਕਰਾਰ ਹੈ। ਮੈਂ ਪੁਲ ਡਿੱਗਦੇ ਬੜੇ ਸੁਣੇ ਅੱਜ ਤੱਕ, ਪਰ ਹੁਣ ਮੈਂ ਸੁਣਿਆ ਰੇਲਵੇ ਸਟੇਸ਼ਨ ਡਿੱਗ ਗਿਆ। ਹੜ੍ਹ ਦੇ ਨਾਲ ਡਿੱਗਿਆ ਹੁੰਦਾ ਤੇ ਮੰਨ ਲੈਂਦੇ, ਸਿਰਫ 100 ਦੀ ਸਪੀਡ ਦੇ ਨਾਲ ਜੇ ਟ੍ਰੇਨ ਲੰਘਦੀ ਆ ਉਹਦੇ ਨਾਲ ਹੀ ਜੇ ਸਟੇਸ਼ਨ ਡਿੱਗ ਜਾਂਦਾ ਤੇ ਮੋਦੀ ਸਾਹਿਬ ਜਦੋਂ ਸੁਪਰ ਟ੍ਰੇਨਸ ਚਲਾਉਣਗੇ ਇੱਥੇ ਫਿਰ ਤੇ ਇਹਨਾਂ ਦੇ ਅੱਧੇ ਸਟੇਸ਼ਨ ਡਿੱਗ ਜਾਣਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ TV ਤੇ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਏ ਹਾਂ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮਾਹਿਰ ਮਹਿਮਾਨ ਹੋਣਗੇ ਅੰਮ੍ਰਿਤਪਾਲ ਸ਼ਰਮਾ ਜੀ, ਤੇ ਅਸੀਂ ਉਹਨਾਂ ਨਾਲ ਅੱਜ ਵਰਲਡ ਹੰਗਰ ਡੇ ਦੀ ਗੱਲ ਕਰਾਂਗੇ ਤੇ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਨਾਲ ਭਾਰਤ ਸਰਕਾਰ ਦਾ ਰੇੜਕਾ ਚੱਲ ਰਿਹਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਹਲਕੀਆਂ ਫੁਲਕੀਆਂ ਰਾਜਨੀਤਿਕ ਗੱਲਾਂ ਕਰਾਂਗੇ। ਇਸ ਤੋਂ ਇਲਾਵਾ ਕਰੋਨਾ ਨਾਲ ਜੁੜੀ ਹੋਈ ਮਹੱਤਵਪੂਰਨ ਤੇ ਸਟੀਕ ਜਾਣਕਾਰੀ ਵੀ ਆਪਣੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਸਤਿ ਸ਼੍ਰੀ ਅਕਾਲ ਸ਼ਰਮਾ ਜੀ, ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਸਵਲੀਨ ਜੀ। ਸ਼ਰਮਾ ਜੀ, ਅੱਜ ਤੁਸੀਂ ਰਾਜਨੀਤੀ ਨੂੰ ਹਲਕੀਆਂ ਫੁਲਕੀਆਂ ਗੱਲਾਂ 'ਚ ਰੱਖ ਕੇ ਚੰਗਾ ਕੰਮ ਕੀਤਾ। ਵੈਸੇ ਮੈਂ ਕਿਹਾ ਐਵੇਂ ਅੱਗੇ ਵੀ ਇੰਨਾ ਪ੍ਰੈਸ਼ਰ ਆ ਕਰੋਨਾ ਦਾ ਤੇ ਹੋਰ ਰਾਜਨੀਤਿਕ ਪਹਿਲਾਂ ਹੀ ਉਥਲ-ਪੁਥਲ ਮੱਛੀ ਹੋਈ ਆ। ਵੈਸੇ ਵੀ ਲੋਕਾਂ ਦਾ ਜਿੰਨਾ ਹੁਣ ਰਾਜਨੀਤੀ 'ਚ ਵਿਸ਼ਵਾਸ ਆ, ਲੋਕ ਇਹਨੂੰ ਹਲਕੀਆਂ ਫੁਲਕੀਆਂ ਗੱਲਾਂ ਹੀ ਸਮਝਦੇ ਆ। ਬਿਲਕੁਲ, ਕਿਉਂਕਿ ਸਕ੍ਰਿਪਟਡ ਗੱਲਾਂ ਵੀ ਕਰ ਜਾਂਦੇ ਨੇ, ਸਾਡੀਆਂ ਅੱਖਾਂ 'ਚ ਘੱਟਾ ਵੀ ਪਾ ਜਾਂਦੇ ਨੇ ਤੇ ਇਹਨਾਂ ਨੂੰ ਬਹੁਤਾ ਸੀਰੀਅਸ ਵੈਸੇ ਲੈਣਾ ਵੀ ਨਹੀਂ ਚਾਹੀਦਾ। ਬਿਲਕੁਲ। ਅੱਜ ਸ਼ਰਮਾ ਜੀ ਵਰਲਡ ਹੰਗਰ ਡੇ ਆ ਤੇ ਇਹ ਦਿਨ ਕਿਉਂ ਮਨਾਇਆ ਜਾਂਦਾ, ਇਹਦੇ ਬਾਰੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋਗੇ ਜਾਣਕਾਰੀ? ਬਿਲਕੁਲ ਜੀ। ਐਕਚੁਅਲ ਦੇ ਵਿੱਚ ਬਹੁਤ ਸਾਰੀਆਂ ਦੁਨੀਆ ਦੀਆਂ ਇਹੋ ਜਿਹੀਆਂ ਘਟਨਾਵਾਂ ਨੇ, ਸਮੱਸਿਆਵਾਂ ਨੇ ਜਿਨ੍ਹਾਂ ਨੂੰ ਮਿੱਥ ਕੇ ਫਿਰ ਦਿਨ ਰੱਖ ਦਿੱਤੇ ਗਏ ਤਾਂ ਜੋ ਯੋਜਨਾਵਾਂ ਲਿਖੀਆਂ ਜਾ ਸਕਣ ਤੇ ਉਹਨਾਂ ਸਮੱਸਿਆਵਾਂ ਨੂੰ ਨਜਿੱਠਣ ਲਈ ਜਿਹੜੇ ਠੋਸ ਉਪਰਾਲੇ ਕੀਤੇ ਜਾ ਸਕਣ। ਉਹ ਦਿਨ ਸਾਨੂੰ ਯਾਦ ਦਿਲਾਉਂਦੇ ਆ ਕਿ ਅਸੀਂ ਇਸ ਸਮੱਸਿਆ ਨਾਲ ਵੀ ਵਾਬਸਤਾ ਹੁੰਦੇ ਹਾਂ। ਅਸੀਂ ਬੜੀ ਖੁਦਾ ਦੀ ਕਿਸਮਤ ਆ, ਬੜੀ ਚੰਗੀ ਕਿਸਮਤ ਆ, ਪ੍ਰਮਾਤਮਾ ਦਾ ਸ਼ੁਕਰ ਆ, ਵਾਹਿਗੁਰੂ ਦੀ ਬੜੀ ਕਿਰਪਾ ਆ ਕਿ ਅਸੀਂ ਉਸ ਮਾਹੌਲ ਦੇ ਵਿੱਚ ਆ ਜਿੱਥੇ ਸਾਨੂੰ ਇਹਨਾਂ ਚੀਜ਼ਾਂ ਦੀ ਕਦੀ ਸਾਹਮਣਾ ਨਹੀਂ ਕਰਨਾ ਪਿਆ। ਭੁੱਖ ਦਾ ਕਦੀ ਸਾਨੂੰ ਸਾਹਮਣਾ ਨਹੀਂ ਕਰਨਾ ਪਿਆ। ਬਿਨਾਂ ਛੱਤ ਤੋਂ ਜਾਂ ਬਿਨਾਂ ਕੱਪੜਿਆਂ ਤੋਂ ਜਿਹੜੀਆਂ ਜ਼ਿੰਦਗੀ ਦੀਆਂ 3 ਮੁੱਢਲੀਆਂ ਲੋੜਾਂ ਦੀ ਅਸੀਂ ਕਿਤਾਬਾਂ 'ਚੋਂ ਪੜ੍ਹਦੇ ਹਾਂ, ਕੁੱਲੀ ਗੁੱਲੀ ਤੇ ਜੁੱਲੀ, ਉਹਦੇ ਤੋਂ ਸਾਨੂੰ ਕਦੀ ਵਿਰਬੇ ਨਹੀਂ ਰਹਿਣਾ ਪਿਆ। ਪਰ ਸੱਚਾਈ ਇਹ ਆ ਸਵਲੀਨ ਜੀ ਕਿ 690 ਮਿਲੀਅਨ 70 ਕਰੋੜ ਅੰਦਾਜ਼ਨ ਲੋਕ ਹਾਲੇ ਵੀ ਬਿਲਕੁਲ ਭੁੱਖ ਦੀ ਅਵਸਥਾ 'ਚ ਜ਼ਿੰਦਗੀ ਗੁਜ਼ਾਰ ਰਿਹਾ। ਪੂਰੇ ਵਿਸ਼ਵ ਦੇ, ਪੂਰੀ ਦੁਨੀਆ ਦੀ 70 ਕਰੋੜ ਬਹੁਤ ਵੱਡੀ ਜਿਹੜੀ ਉਹ ਗਿਣਤੀ ਆ। ਅਸੀਂ ਹਿੰਦੁਸਤਾਨ ਦੀ ਜਦੋਂ ਗੱਲ ਕਰਦੇ ਹਾਂ ਇੱਥੇ ਵੀ ਅਸੀਂ ਕਹਿੰਦੇ ਹਾਂ ਕਿ 30 ਤੋਂ 40%, ਹੁਣ ਆਪਾਂ ਕੋਲ ਬਹੁਤ ਸਟੀਕ ਜਾਣਕਾਰੀ ਨਹੀਂ, ਪਰ 40% ਦੇ ਨੇੜੇ ਤੇੜੇ ਲੋਕ ਜਿਹੜੇ ਆ ਉਹ BPL ਨੇ। BPL ਉਹ ਟੈਲੀਵਿਜ਼ਨ ਵਾਲੀ ਕੰਪਨੀ ਨਹੀਂ, ਇਹ ਬਿਲੋ ਪਾਵਰਟੀ ਲਾਈਨ, ਕਿ ਗਰੀਬੀ ਦੀ ਰੇਖਾ ਤੋਂ ਥੱਲੇ ਰਹਿਣ ਵਾਲੇ ਲੋਕਾਂ ਦੀ ਜਿਹੜੀ ਗਿਣਤੀ ਆ ਉਹ 40% ਹੈ। ਜੇ 40 ਤੋਂ 35 ਵੀ ਹੋ ਗਈ ਹੋਵੇਗੀ, ਜਿੱਦਾਂ ਸਾਡੀਆਂ ਸਰਕਾਰਾਂ ਬਹੁਤ ਕਹਿੰਦੀਆਂ ਕਿ ਅਸੀਂ ਬਹੁਤ ਵਿਕਾਸ ਕਰ ਦਿੱਤਾ ਜਾਂ ਕੁਝ ਯੋਜਨਾਵਾਂ ਇਹੋ ਜਿਹੀਆਂ ਚਲਾਈਆਂ ਵੀ ਬੀਤੀ ਸਰਕਾਰ ਨੇ। ਮਨਮੋਹਨ ਸਿੰਘ ਦੀ ਜਦੋਂ ਅਸੀਂ ਗੱਲ ਕਰਦੇ ਸੀ ਤੇ ਉਹਨਾਂ ਦੇ ਹਿੱਸੇ 'ਚ ਸਭ ਤੋਂ ਬੜੀ ਵੱਡੀ ਯੋਜਨਾ ਆਉਂਦੀ ਸੀ ਉਹ ਮਨਰੇਗਾ ਹੀ ਸੀ ਜੀ। ਤੇ ਉਸ ਦੇ ਨਾਲ ਜਿਹੜੀ ਸੀਗੀ ਭੁੱਖ ਨੂੰ ਖਤਮ ਕਰਨ ਲਈ ਜਿਹੜਾ ਅਨਾਜ ਵੰਡਣ ਦੀ ਪ੍ਰਕਿਰਿਆ ਸੀ ਉਹ ਵੀ ਉਹਨਾਂ ਨੇ ਸ਼ੁਰੂ ਕੀਤੀ। ਤੇ ਪੰਜਾਬ ਦੇ ਵਿੱਚ ਆਟਾ ਦਾਲ ਸਕੀਮ ਬਾਦਲ ਸਾਹਿਬ ਦੀ ਬਹੁਤ ਨਾਮਣਾ ਖੱਟਣ ਵਾਲੀ ਸਕੀਮ ਰਹੀ। ਹਾਲਾਂਕਿ ਉਹਦੇ 'ਚ ਕੁਰੀਤੀਆਂ ਤੇ ਊਣਤਾਈਆਂ ਵੀ ਸਾਡੇ ਸਾਹਮਣੇ ਆਉਂਦੀਆਂ ਰਹੀਆਂ, ਪਰ ਇਹ ਇੱਕ ਇਹੋ ਜਿਹੀ ਯੋਜਨਾ ਸੀ ਜਿਹਨੇ ਬਹੁਤ ਸਾਰੇ ਲੋਕਾਂ ਦਾ ਢਿੱਡ ਜਿਹੜਾ ਆ ਉਹ ਭਰਿਆ। ਤੇ ਜਦੋਂ ਅਸੀਂ 70 ਕਰੋੜ ਦੀ ਗੱਲ ਕਰੀਏ ਤੇ ਇੰਨੇ ਵੱਡੀ ਜਨਤਾ, 800 ਕਰੋੜ ਤੋਂ ਥੋੜੀ ਜਿਹੀ ਘੱਟ ਆਬਾਦੀ ਆ ਦੁਨੀਆ ਦੀ। 767 ਕਰੋੜ ਸੀ 19 ਦੇ ਵਿੱਚ, ਜੇ 2 ਸਾਲਾਂ 'ਚ ਥੋੜੀ ਬਹੁਤੇ ਵਾਧੇ ਕਰ ਲਈਏ ਤਾਂ 800 ਕਰੋੜ ਤੋਂ ਘੱਟ ਜਿਹੜੀ ਆਬਾਦੀ ਆ। ਤੇ ਉਹਦੇ 'ਚੋਂ ਜੇ 70 ਕਰੋੜ ਆ ਤੇ ਉਹ 8-9% ਆਬਾਦੀ ਜਿਹੜੀ ਆ ਸਾਡੀ ਹਾਲੇ ਵੀ ਭੁੱਖ ਦੇ ਵਿੱਚ ਰਹਿ ਰਹੀ ਆ। ਤੇ ਸਵਲੀਨ ਜੀ, ਭੁੱਖ ਦੇ ਅੰਕੜੇ ਉੱਥੇ ਤੱਕ ਰੱਖੇ ਜਾਂਦੇ ਨੇ ਜਦੋਂ ਤੁਹਾਨੂੰ 24 ਘੰਟੇ ਦੇ ਵਿੱਚ ਇੱਕ ਵਾਰ ਵੀ ਭੋਜਨ ਨਹੀਂ ਮਿਲਦਾ। ਸੋ ਬਹੁਤ ਜਿਹੜੀ ਆ ਉਹ ਖਰਾਬ ਇੱਕ ਜਾਣਕਾਰੀ ਆ ਇਹ ਸਾਡੇ ਦੇਖਣ ਲਈ, ਸਾਡੇ ਸਾਹਮਣੇ ਜਿਹੜੀ ਆਉਂਦੀ ਆ। ਤੇ ਇਹਦੇ ਨਾਲ ਦੀ ਨਾਲ ਇਹ ਵੀ ਆ ਕਿ 98% ਲੋਕ
ਲੋ ਕਲਾਸ ਕੰਟਰੀਜ਼, ਲੋ ਇਨਕਮ ਵਾਲੀਆਂ ਕੰਟਰੀਜ਼ ਦੇ ਜਾਂ ਜਿਹੜੀਆਂ ਹਾਲੇ ਵਿਕਾਸ ਕਰ ਰਹੀਆਂ ਦੇਸ਼ ਆ ਉਹਨਾਂ ਦੇ ਵਿੱਚ, ਜਿਨ੍ਹਾਂ 'ਚ ਅਸੀਂ ਵੀ ਆਉਂਦੇ ਆ, ਉਹਨਾਂ ਦੇਸ਼ਾਂ ਦੇ 98% ਲੋਕ ਹਾਲੇ ਵੀ ਜਿਹੜੀ ਰੋਟੀ ਤੇ ਉਹਨਾਂ ਨੂੰ ਮਿਲ ਰਹੀ ਆ, ਭੁੱਖ ਤੇ ਉਹਨਾਂ ਦੀ ਪੂਰੀ ਹੋ ਰਹੀ ਆ, ਪਰ ਉਹ ਜਿਹੜਾ ਭੋਜਨ ਆ ਜੋ ਉਹ ਖਾ ਰਹੇ ਆ ਉਹ ਪੌਸ਼ਟਿਕਤਾ ਤੋਂ ਹਾਲੇ ਦੂਰ ਆ। ਸੰਤੁਲਿਤ ਭੋਜਨ ਨਹੀਂ, ਸੰਤੁਲਿਤ ਭੋਜਨ ਨਹੀਂ ਹੈ, ਬੈਲੈਂਸ ਡਾਈਟ ਜਿਹੜੀ ਨਹੀਂ ਹੈ। ਸੋ ਇਹਨਾਂ ਜਦੋਂ ਅੰਕੜਿਆਂ ਦੇ ਉੱਤੇ ਅਸੀਂ ਝਾਤ ਮਾਰਦੇ ਹਾਂ ਤਾਂ ਫਿਰ ਸਾਨੂੰ ਲੱਗਦਾ ਆ ਕਿ ਹਾਲੇ ਦੁਨੀਆ ਦੇ ਵਿੱਚ ਬਹੁਤ ਕੁਝ ਹੋਣਾ ਬਾਕੀ ਹੈ। ਉਹਦੇ ਜੇ ਅਸੀਂ ਕਾਰਨ ਦੇਖੀਏ ਤੇ ਆਬਾਦੀ ਨੂੰ ਅਸੀਂ ਕਾਰਨ ਮੰਨਦੇ ਹਾਂ, ਸਿੱਖਿਆ ਨੂੰ ਅਸੀਂ ਕਾਰਨ ਮੰਨਦੇ ਹਾਂ, ਤੇ ਜਿੱਥੇ ਜਿੱਥੇ ਭੋਜਨ ਪੈਦਾ ਹੋ ਰਿਹਾ ਤੇ ਜਿੱਥੇ ਲੋਕਾਂ ਤੱਕ ਨਹੀਂ ਪਹੁੰਚ ਰਿਹਾ ਉਹਦੇ ਲਈ ਟਰਾਂਸਪੋਰਟੇਸ਼ਨ ਦੀਆਂ ਜਿਹੜੀਆਂ ਕਮੀਆਂ ਆ ਉਹ ਵੀ ਨੇ। ਗਰੀਬ ਜਿਹੜੇ ਮੁਲਕ ਨੇ ਉਹਨਾਂ ਦੇ ਵਿੱਚ ਆਬਾਦੀ ਦਾ ਜਿਹੜਾ ਬੇਤਹਾਸ਼ਾ ਵਾਧਾ ਆ ਉਹ ਵੀ ਬਹੁਤ ਵੱਡਾ ਕਾਰਨ ਹੈ। ਤੇ ਇਸ ਦੇ ਨਾਲ ਨਾਲ ਜੇ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ, ਅਸੀਂ ਆਪਣੇ ਮੁਲਕ ਦੀ ਗੱਲ ਕਰੀਏ, ਤਾਂ ਇੱਥੇ ਭੋਜਨ ਦੇ ਭੰਡਾਰਨ ਨੂੰ ਲੈ ਕੇ ਹਾਲੇ ਤੱਕ ਵੀ ਬਹੁਤ ਵੱਡੀਆਂ ਸਮੱਸਿਆਵਾਂ ਨੇ। ਅਸੀਂ ਅਕਸਰ ਗੱਲ ਕਰਦੇ ਹਾਂ ਕਿ ਜਿਹੜੀਆਂ ਕੇਂਦਰ ਦੀਆਂ ਏਜੰਸੀਆਂ ਜਿਹੜੀਆਂ ਫਸਲਾਂ ਖਰੀਦਦੀਆਂ ਨੇ ਉਹਨਾਂ ਕੋਲ ਸਟੋਰੇਜ ਦੇ ਪ੍ਰਬੰਧ ਜਿਹੜੇ ਉਹ ਹੈ ਨਹੀਂ। ਅਸੀਂ ਸੜਕ ਤੇ ਲੰਘਦੇ ਕਈ ਜਗ੍ਹਾ ਤੇ ਦੇਖਦੇ ਹਾਂ FCI ਦੇ ਗੋਡਾਊਨ ਨੇ, ਕਹਿਣ ਨੂੰ ਤੇ ਉਹ ਗੋਡਾਊਨ ਨੇ, ਕੰਡਿਆਲੀ ਤਾਰ ਕੀਤੀ ਹੋਈ ਆ, ਇੱਕ ਫੜ ਜਿਹੜੀ ਆ ਮਿੱਟੀ ਦੀ ਉਹਦੀ ਇੱਟਾਂ ਦੀ ਬਣਾਈ ਹੋਈ ਆ, ਉੱਤੇ ਲੱਕੜ ਦੇ ਗੁੱਲੇ ਰੱਖੇ ਹੋਏ ਨੇ ਤੇ ਉੱਪਰ ਬੋਰੀਆਂ ਜਿਹੜੀਆਂ ਰੱਖ ਦਿੱਤੀਆਂ ਜਾਂਦੀਆਂ ਤੇ ਉਹਨਾਂ ਨੂੰ ਦੇਖਣ ਲਈ ਕੁਝ ਕੁ ਮੁਲਾਜ਼ਮ ਨੇ ਜਿਹੜੇ ਉਹਨਾਂ ਨੂੰ ਮੀਂਹ ਦੇ ਟਾਈਮ ਦੇ ਉੱਤੇ ਜਾਂ ਕੁਝ ਇਹੋ ਜਿਹਾ ਜਦੋਂ ਮੌਇਸਚਰ ਦਾ ਸਮਾਂ ਆਵੇ ਉਹਨਾਂ ਨੂੰ ਢੱਕ ਦਿੰਦੇ ਨੇ, ਤੇ ਜੇ ਢੱਕਣੋਂ ਰਹਿ ਵੀ ਜਾਵੇ ਤੇ ਮੁਲਾਜ਼ਮ ਦੇ ਉੱਤੇ ਕੋਈ ਉਹਦੀ ਜ਼ਿੰਮੇਵਾਰੀ ਜਿਹੜੀ ਆ ਬਹੁਤੀ ਤੈਅ ਨਹੀਂ ਕੀਤੀ ਜਾਂਦੀ, ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਅੰਨ ਆ ਉਹ ਵੇਸਟ ਹੁੰਦਾ ਇਸੇ ਕਾਰਨ ਨਾਲ। ਤੇ ਜਦੋਂ ਫੂਡ ਵੇਸਟੇਜ ਦੀ ਅਸੀਂ ਗੱਲ ਕਰਦੇ ਹਾਂ ਤੇ ਉਹਦੇ ਜਿਹੜੇ ਅੰਕੜੇ ਆ ਹੋਰ ਵੀ ਜਿਹੜੇ ਆ ਉਹ ਘਾਤਕ ਨੇ, ਖਤਰਨਾਕ ਨੇ, ਭਿਆਨਕ ਨੇ, ਡਰਾਵਣੇ ਨੇ, ਤੇ ਸਾਨੂੰ ਹਾਲੇ ਵੀ ਇੱਦਾਂ ਲੱਗਦਾ ਕਿ ਅਸੀਂ ਬਹੁਤ ਸਾਰੀਆਂ ਗੱਲਾਂ ਦੇ ਵਿੱਚ ਬਹੁਤ ਕੰਮ ਕਰ ਲਿਆ। ਇੰਟਰਨੈਟ ਵੀ ਆ ਗਿਆ, ਸਾਡੇ ਕੋਲ ਮਾਰੂ ਹਥਿਆਰ ਵੀ ਆ ਗਏ, ਟਰਾਂਸਪੋਰਟ ਦੇ ਸਾਧਨ ਵੀ ਆ ਗਏ, ਮੈਟਰੋ ਰੇਲ ਵੀ ਆ ਗਈ, ਸੁਪਰ ਜਹਾਜ਼ ਵੀ ਆ ਗਏ, ਤੇ ਅਸੀਂ ਇਹੋ ਜਿਹੀਆਂ, ਅਮਰੀਕਾ ਇਸ ਗੱਲ ਦਾ ਦਾਅਵਾ ਕਰਦਾ ਵੀ ਦੁਨੀਆ ਨੂੰ 6 ਵਾਰ ਜਾਂ 7 ਵਾਰ ਖਤਮ ਕਰਨ ਦੇ ਡੈਟਰੈਂਸ ਜਿਹੜੇ ਹਥਿਆਰ ਆ ਉਹਨੇ ਬਣਾ ਲਏ ਨੇ, ਪਰ ਭੋਜਨ ਨੂੰ ਸੰਭਾਲਣ ਦੇ ਵਿੱਚ ਹਾਲੇ ਤੱਕ ਵੀ ਦੁਨੀਆ ਜਿਹੜੀ ਆ ਉੱਥੇ ਤੱਕ ਨਹੀਂ ਪਹੁੰਚੀ। ਬੰਦੇ ਨੂੰ ਹਾਲੇ ਤੱਕ ਵੀ ਖਾਣ ਦੇ ਜਿਹੜੇ ਲਾਲੇ ਨੇ ਉਹ ਪੈਂਦੇ ਨੇ। 22 ਤੋਂ 25% ਤੱਕ ਅਸੀਂ ਹਾਲੇ ਤੱਕ ਆਪਣਾ ਜਿਹੜਾ ਸਮੁੰਦਰੀ ਫੂਡ ਆ ਜਿਹੜਾ ਉਹਨੂੰ ਵੇਸਟ ਕਰਦੇ ਹਾਂ ਸਾਲ ਦੇ ਵਿੱਚ, ਤੇ 40% ਦੇ ਨੇੜੇ ਤੇੜੇ ਅਸੀਂ ਦਾਲਾਂ ਜਿਹੜੀਆਂ ਆ ਉਹ ਅਜਾਈਂ ਗਵਾ ਦਿੰਦੇ ਹਾਂ। ਤੇ ਇਦਾਂ ਹੀ ਬਾਕੀ ਭੋਜਨ ਦੇ ਹਾਲਾਤ ਨੇ। ਜੇ ਪੰਜਾਬ ਦੀ ਗੱਲ ਕਰੀਏ ਤਾਂ ਅਸੀਂ 1 ਕੁਆਂਟਲ ਪਿੱਛੇ 1.25 ਕਿਲੋ ਚਾਵਲ ਜਿਹੜੇ ਆ ਉਹ ਵੇਸਟ ਕਰਦੇ ਹਾਂ ਸਿਰਫ ਭੰਡਾਰਨ ਕਰਕੇ, ਤੇ 1 ਕੁਆਂਟਲ ਦੇ ਪਿੱਛੇ ਕੋਈ 900 ਗ੍ਰਾਮ ਕਣਕ ਦਾ ਨੁਕਸਾਨ ਜਿਹੜਾ ਆ ਉਹ ਸਾਡੇ ਮੁਲਕ ਦੇ ਵਿੱਚ ਸਾਡੀ ਆਪਣੀ ਸਟੇਟ ਦੇ ਵਿੱਚ ਜਿਹੜਾ ਹੁੰਦਾ ਆ, ਡਿਊ ਟੂ ਅਨਰੈਕਗਨਾਈਜ਼ਡ ਜਾਂ ਸਾਂਭ ਸੰਭਾਲ ਜਿਹੜੀ ਉਹਦੀ ਭੰਡਾਰਨ ਆ, ਜਿਹੜੇ ਉਹਦੇ ਸਟੋਰੇਜ ਕੈਪੈਸਿਟੀ ਆ ਉਹ ਜਿਹੜੇ ਚੰਗੇ ਨਾ ਹੋਣ ਕਾਰਨ। ਅਸੀਂ ਜਾਣਦੇ ਹਾਂ ਜਦੋਂ ਅਸੀਂ ਕਣਕ ਉੱਥੇ ਸਟੋਰ ਕਰਦੇ ਹਾਂ, ਜਦੋਂ ਉਹ ਕੱਢਦੇ ਨੇ ਤੇ ਅੱਧੀਆਂ ਬੋਰੀਆਂ ਗਲੀਆਂ ਹੋਈਆਂ ਹੁੰਦੀਆਂ ਤੇ ਬਹੁਤੀ ਕਣਕ ਜਿਹੜੀ ਆ ਖਰਾਬ ਹੁੰਦੀ ਆ, ਤੇ ਕਈ ਵਾਰ ਸਾਨੂੰ ਉੱਥੋਂ ਬਦਬੂ ਦਾ ਸਾਹਮਣਾ ਵੀ ਕਰਨਾ ਪੈਂਦਾ। ਤੇ ਇਹ ਅਣਮੁੱਲਾ ਭੋਜਨ ਆ ਜਿਹੜਾ ਧਰਤੀ ਤੋਂ ਅਸੀਂ ਉਗਾਉਂਦੇ ਆ ਤੇ ਫਿਰ ਉਹਨੂੰ ਉੱਥੇ ਤੱਕ ਪਹੁੰਚਾਉਣ ਦੇ ਵਿੱਚ ਸਫਲ ਨਹੀਂ ਰਹਿੰਦੇ। ਤੇ ਸ਼ਰਮਾ ਜੀ, ਭਾਰਤ ਸਰਕਾਰ ਇਹ ਵੀ ਕਹਿ ਰਹੀ ਆ ਕਿ 2030 ਤੱਕ ਉਹਨਾਂ ਨੇ ਮੁਲਕ ਨੂੰ ਭੁੱਖਮਰੀ ਤੋਂ ਮੁਕਤ ਕਰਨਾ। ਕੀ ਇਹ ਸੰਭਵ ਆ? ਬਿਲਕੁਲ ਸੰਭਵ ਆ ਜੀ, ਪਰ ਉਹਦੇ ਲਈ ਜੀ ਤੋੜ ਯਤਨ ਕੀਤੇ ਜਾਣੇ ਕਰਨਗੇ, ਫਿਰ ਇਹ ਸੰਭਵ ਹੈ। ਸਿਰਫ ਜੇ ਅਸੀਂ ਸਟੇਜ ਤੋਂ ਭਾਸ਼ਣ ਦੇ ਦੇਣਾ ਹੈ ਕਿ ਭਾਰਤ 2030 ਤੱਕ ਭੁੱਖ ਮੁਕਤ ਕਰ ਦੇਣਾ ਹੈ, ਤੇ ਫਿਰ ਅਸੀਂ ਸੋਚਾਂਗੇ ਕਿ 2030 ਦੀ ਉਹ ਬਲਭਾਗੀ ਤਰੀਕ ਆ ਜਾਏ ਜਿੱਦਣ ਨੂੰ ਭਾਰਤ ਦੇ ਵਿੱਚ ਕੋਈ ਭੁੱਖਾ ਨਹੀਂ ਸੋਵੇ, ਫਿਰ ਸੰਭਵ ਨਹੀਂ। ਜਿੱਦਾਂ ਅਸੀਂ ਹੁਣੇ ਅੰਕੜਿਆਂ ਤੇ ਗੱਲ ਕਰਦੇ ਸੀ ਸਵਲੀਨ ਜੀ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਭੋਜਨ ਆ ਉਹ ਵੇਸਟ ਹੋ ਰਿਹਾ। ਤੇ ਇੱਕ ਅਖਬਾਰ ਦੀ ਸੁਰਖੀ ਸੀ ਕਿ ਜਿੰਨਾ ਇੰਗਲੈਂਡ ਸਾਰੇ ਸਾਲ 'ਚ ਭੋਜਨ ਖਾਂਦਾ ਹੈ ਉਹਨਾਂ ਅਸੀਂ ਸਾਰੇ ਸਾਲ 'ਚ ਵੇਸਟ ਕਰਦੇ ਹਾਂ। ਅਸੀਂ ਜੇ ਆਪਣੇ ਨਾਰਥ ਇੰਡੀਆ ਦੀ ਗੱਲ ਕਰੀਏ ਤੇ ਜਦੋਂ ਅਸੀਂ ਵਿਆਹ ਸਮਾਗਮਾਂ ਤੇ ਜਾਂ ਲੰਗਰ ਦੇ ਜਾਂ ਹੋਰ ਬਹੁਤ ਸਾਰੀਆਂ ਜਦੋਂ ਜਿੱਥੇ ਮਾਸ ਗੈਦਰਿੰਗ ਹੁੰਦੀ ਅਸੀਂ ਉੱਥੇ ਦੇਖਦੇ ਹਾਂ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਭੋਜਨ ਆ ਉਹ ਵਿਅਰਥ ਗਵਾਇਆ ਜਾਂਦਾ। ਅਸੀਂ ਸੋਸ਼ਲ ਮੀਡੀਆ ਤੇ ਇੱਕ ਕਹਾਣੀ ਬੜੇ ਜ਼ੋਰ ਸ਼ੋਰ ਨਾਲ ਪੜ੍ਹਦੇ ਹਾਂ, ਕਈ ਜਗ੍ਹਾ ਤੇ ਉਹਦਾ ਨਾਮ ਰਤਨ ਟਾਟਾ ਨਾਲ ਲਾਇਆ ਜਾਂਦਾ ਤੇ ਕਿਤੇ ਉਹਦਾ ਨਾਮ ਕਿਸੇ ਹੋਰ ਸ਼ਖਸ ਨਾਲ ਜੋੜਿਆ ਜਾਂਦਾ ਕਿ ਉਹ ਜਰਮਨ ਦੇ ਵਿੱਚ ਕਿਸੇ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਗਏ ਤੇ ਉਹਨਾਂ ਨੇ ਭਾਰਤੀ ਆਦਤ ਦੇ ਮੁਤਾਬਕ ਬਹੁਤ ਕੁਝ ਖਾਣ ਦੇ ਵਿੱਚ ਮੰਗਾ ਲਿਆ, ਤੇ ਉੱਥੇ ਕੁਝ ਜਰਮਨ ਲੋਕ ਵੀ ਜਿਹੜੇ ਭੋਜਨ ਛਕ ਰਹੇ ਸੀ ਉਸੇ ਰੈਸਟੋਰੈਂਟ ਦੇ ਵਿੱਚ। ਤੇ ਜਦੋਂ ਇਹ ਬੰਦੇ ਸਾਡੇ ਖਾਣਾ ਖਾ ਪੀ ਕੇ ਉੱਠ ਗਏ, ਉਹਨਾਂ ਦੇ ਨਾਲ ਜਰਮਨ ਮੇਜ਼ਬਾਨ ਵੀ ਸੀ, ਹਾਲਾਂਕਿ ਸਾਡੇ ਇੰਡੀਆ ਤੋਂ ਗਏ ਹੋਏ ਸੀ, ਪਰ ਪਤਾ ਉਹਨਾਂ ਨੂੰ ਵੀ ਨਹੀਂ ਸੀ ਉਸ ਗੱਲ ਦਾ। ਤੇ ਫਿਰ ਉਹ ਜਿਹੜੇ ਲੋਕ ਉੱਥੇ ਬੈਠੇ ਸੀ, ਕੋਈ ਨੇਟਿਵ ਜਿਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਸੀ, ਉਹਨਾਂ ਨੇ ਇਹਨਾਂ ਨੂੰ ਰੋਕਿਆ ਵੀ ਤੁਸੀਂ ਇੱਦਾਂ ਨਹੀਂ ਜਾ ਸਕਦੇ, ਤੁਸੀਂ ਤੇ ਫੂਡ ਵੇਸਟ ਕਰ ਰਹੇ ਹੋ। ਤੇ ਇਹਨਾਂ ਨੇ ਸ਼ੇਖੀ ਮਾਰੀ ਕਿ ਯਾਰ ਫੂਡ ਅਸੀਂ ਲਿਆ ਸੀ, ਸਾਡੇ ਤੋਂ ਨਹੀਂ ਖਾਧਾ ਗਿਆ, ਵੇਸਟ ਹੋ ਗਿਆ, ਅਸੀਂ ਉਹਦੇ ਪੈਸੇ ਦੇ ਦੇਣੇ ਆ। ਕਿਉਂ ਜੋ ਇਹਨਾਂ ਨੂੰ ਕਾਨੂੰਨ ਦੀ ਜਾਣਕਾਰੀ ਨਹੀਂ ਸੀ, ਫਿਰ ਇਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਉੱਥੇ ਉਹਨਾਂ ਨੇ ਪੁਲਿਸ ਬੁਲਾ ਲਈ ਜਾਂ ਸੰਬੰਧਿਤ ਮਹਿਕਮੇ ਦੇ ਲੋਕ ਆਏ ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਇਹ ਫੂਡ ਵੇਸਟ ਨਹੀਂ ਕਰ ਸਕਦੇ। ਤੇ ਫਿਰ ਇਹਨਾਂ ਨੂੰ ਦੱਸਿਆ ਜਾਂਦਾ ਕਿ ਜੁਰਮਾਨਾ ਵੀ ਲੱਗਿਆ, ਤੇ ਨਾਲ ਇਹ ਵੀ ਕਿਹਾ ਕਿ ਇਸ ਫੂਡ ਨੂੰ ਤੁਸੀਂ ਪੈਕ ਕਰਾ ਕੇ ਲੈ ਜਾਓ ਤੇ ਸੁੱਟਣਾ ਨਹੀਂ ਹੈਗਾ, ਤੁਸੀਂ ਯੂ ਹੈਵ ਟੂ ਈਟ ਇਟ।
ਓਕੇ। ਫਿਰ ਉਹਨਾਂ ਨੇ ਇਹ ਦੱਸੀ ਗੱਲ ਕਿ ਇਹ ਪੈਸੇ ਭਾਵੇਂ ਤੁਹਾਡੇ ਨੇ, ਪਰ ਇਹ ਜਿਹੜਾ ਫੂਡ ਆ, ਇਹ ਜਿਹੜੇ ਅੰਨ ਪਦਾਰਥ ਨੇ, ਇਹ ਜਰਮਨ ਦੀ ਪ੍ਰਾਪਰਟੀ ਆ, ਤੇ ਸਾਡਾ ਮੁਲਕ ਤੁਹਾਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਸਾਡੀ ਜਿਹੜੀ ਪ੍ਰਾਪਰਟੀ ਆ ਉਹਨੂੰ ਵੇਸਟ ਕਰੋ। ਜੇ ਅਸੀਂ ਇਸ ਗੱਲ ਨੂੰ ਨਿਰੀ ਇੱਕ ਸਿੱਖਿਆ ਦਾ ਇੱਕ ਕਹਾਣੀ ਵੀ ਮੰਨ ਲਈਏ, ਹੋ ਸਕਦਾ ਹੋਵੇ ਸਾਡੀ ਜਾਣਕਾਰੀ ਨਾਲ ਕਿ ਇਦਾਂ ਨਹੀਂ ਹੋਇਆ, ਫਿਰ ਵੀ ਇੱਕ ਬਹੁਤ ਚੰਗੀ ਉਦਾਹਰਣ ਆ ਸਾਡੇ ਸਾਹਮਣੇ ਕਿ ਜੇ ਅਸੀਂ ਇਦਾਂ ਸੋਚੀਏ ਕਿ ਇਹ ਸਾਡੇ ਦੇਸ਼ ਦੀ ਪ੍ਰਾਪਰਟੀ ਆ। ਸਵਲੀਨ ਜੀ, ਮੈਨੂੰ ਇੱਕ ਗੱਲ ਯਾਦ ਆਈ, ਮੇਰਾ ਇੱਕ ਸਟੂਡੈਂਟ ਮੈਨੂੰ ਅਕਸਰ ਇਹ ਗੱਲ ਕਹਿੰਦਾ ਹੁੰਦਾ ਕਿ ਮੁਲਕ ਦੇ ਵਿੱਚ ਸੁਧਾਰ ਫੇਰ ਹੋਣਾ ਜੇ ਅਸੀਂ ਮੁਲਕ ਨੂੰ ਆਪਣਾ ਸਮਝਾਂਗੇ, ਜੇ ਅਸੀਂ ਪਬਲਿਕ ਪ੍ਰਾਪਰਟੀ ਨੂੰ ਵੀ ਅਸੀਂ ਆਪਣਾ ਸਮਝਾਂਗੇ। ਅਸੀਂ ਗੱਲ ਕਰਦੇ ਹਾਂ ਬਹੁਤ ਵਾਰ ਸਿੱਖਿਆ ਦੀ, ਸਿਹਤ ਦੀ, ਟਰਾਂਸਪੋਰਟੇਸ਼ਨ ਦੀ, ਤੇ ਜਦੋਂ ਅਸੀਂ ਨਿੱਜੀ ਉਹਨਾਂ ਚੀਜ਼ਾਂ ਨੂੰ ਦੇਖਦੇ ਹਾਂ, ਜਿਹੜਾ ਤਾਂ ਸਾਡਾ ਘਰ ਆ ਉਹ ਤੇ 50 ਸਾਲ 100 ਸਾਲ ਕੱਢ ਜਾਂਦਾ, ਤੇ ਜਿਹੜੀ ਸਕੂਲ ਦੇ ਕਮਰੇ ਆ ਉਹ 5-7 ਸਾਲ ਬਾਅਦ ਜਰਜਰ ਹੋ ਜਾਂਦੇ। ਜਿਸ ਕੁਆਟਰ ਦੇ ਵਿੱਚ ਅਸੀਂ ਆਪਣੇ ਘਰ 'ਚ ਰਹਿੰਦੇ ਆ ਉਹਦੀ ਲਾਈਫ ਬਹੁਤ ਲੰਬੀ ਆ, ਤੇ ਜੇ ਸਾਨੂੰ ਸਰਕਾਰੀ ਮਕਾਨ ਕਿਤੇ ਮਿਲਦਾ ਤੇ ਉਹਦੀ ਅਸੀਂ ਬਿਲਕੁਲ ਦੇਖਭਾਲ ਨਹੀਂ ਕਰਦੇ। ਇਹੋ ਹੀ ਹਾਲ ਸਰਕਾਰੀ ਗੱਡੀਆਂ ਬੱਸਾਂ ਦਾ ਵੀ ਆ। ਸਰਕਾਰੀ ਬੱਸਾਂ ਦੀ ਉਮਰ ਬਹੁਤ ਘੱਟ ਆ ਤੇ ਪ੍ਰਾਈਵੇਟ ਦੀ ਜਿਹੜੀ ਆ ਬਹੁਤ ਜ਼ਿਆਦਾ ਆ। ਅਸੀਂ ਆਪਣੀ ਗੱਡੀ ਨੂੰ ਬੈਠਣ ਤੋਂ ਪਹਿਲਾਂ ਸਾਂਭ ਸੰਭਾਲ ਵੀ ਉਹਦੀ ਕਰਦੇ ਆ, ਉਹਦੀ ਵੇਲੇ ਕਵੇਲੇ ਰੈਗੂਲਰ ਮੇਨਟੇਨੈਂਸ ਵੀ ਕਰਵਾਉਂਦੇ ਆ। ਮੈਨੂੰ ਥੋੜੇ ਦਿਨ ਪਹਿਲਾਂ ਇੱਕ ਹਸਪੀਟਲ ਜਾਣਾ ਪਿਆ, ਤੇ ਉੱਥੇ ਸਰਕਾਰੀ ਹਸਪੀਟਲ ਸੀ ਤੇ ਉੱਥੇ ਏਸੀ ਚੱਲ ਰਿਹਾ ਸੀ, ਤੇ ਡਾਕਟਰ ਸਾਹਿਬ ਕਹਿੰਦੇ ਮੈਂ ਤੇ ਕਦੀ ਬੰਦ ਹੀ ਨਹੀਂ ਕੀਤਾ ਉਹਨੂੰ। ਬੇਸਿਕਲੀ ਮੈਂ ਉਹਨਾਂ ਨੂੰ ਇਹ ਪੁੱਛਿਆ ਸੀ ਕਿ ਤੁਸੀਂ ਇਹਦੀ ਸਰਵਿਸ ਕਰਾ ਲਈ ਆ ਚਲਾਉਣ ਤੋਂ ਪਹਿਲਾਂ ਇਸ ਸੀਜ਼ਨ 'ਚ? ਕਹਿੰਦੇ ਸੀ ਬੰਦ ਹੀ ਨਹੀਂ ਕੀਤਾ ਕਦੀ। ਅੱਛਾ। ਸੋ ਜਿਹੜੀ ਸੰਸਾਧਨਾਂ ਦੀ ਜਿਹੜੀ ਦੁਰਵਰਤੋਂ ਆ ਉਹ ਵੀ ਮੈਟਰ ਕਰਦੀ ਆ। ਅਸੀਂ ਭੁੱਖ ਦੀ ਗੱਲ ਕਰਦੇ ਸੀ ਕਿ 2030 ਤੱਕ ਭਾਰਤ ਸਰਕਾਰ ਇਹ ਤੇ ਕਾਬੂ ਪਾ ਸਕਦੀ ਆ। ਮੁਸ਼ਕਲ ਕੁਝ ਨਹੀਂ ਹੈਗਾ, ਪਰ ਉਹਦੇ ਲਈ ਬਹੁਤ ਲੰਬੇ ਤੇ ਬਹੁਤ ਪਲੈਨਿੰਗ ਦੇ ਨਾਲ ਯਤਨ ਕਰਨੇ ਪੈਣਗੇ। ਕਿੱਥੇ ਕਿਹੜਾ ਭੋਜਨ ਹੋ ਰਿਹਾ ਉਹਨੂੰ ਦੂਜੀ ਜਗ੍ਹਾ ਤੇ ਲੈ ਕੇ ਜਾਣਾ ਹੈ, ਉਹਦੇ ਲਈ ਜਿਹੜੇ ਸਿਸਟਮ ਆ ਉਹਨੂੰ ਬਣਾਉਣਾ ਪਊਗਾ, ਸਟੋਰੇਜ ਦੀ ਵਿਵਸਥਾ ਕਰਨੀ ਪਊਗੀ। ਤੇ ਹੈਰਾਨੀ ਦੀ ਗੱਲ ਇਹ ਵੀ ਆ ਕਿ ਵੱਡੀਆਂ ਬਿਮਾਰੀਆਂ, ਚਾਹੇ ਉਹ ਏਡਜ਼ ਹੈ, ਚਾਹੇ ਉਹ ਮਲੇਰੀਆ ਹੈ, ਚਾਹੇ ਉਹ ਟਿਊਬਰੋਕਲੋਸਿਸ TB ਹੈ, ਸਵਲੀਨ ਜੀ ਅੰਕੜੇ ਕਹਿੰਦੇ ਕਿ ਇਹਨਾਂ ਤਿੰਨਾਂ ਵੱਡੀਆਂ ਬਿਮਾਰੀਆਂ ਨਾਲ ਜੋੜ ਕੇ ਵੀ ਕੁੱਲ ਉਹਨੇ ਲੋਕ ਸਾਲ ਦੇ ਵਿੱਚ ਨਹੀਂ ਮਰਦੇ ਜਿੰਨੇ ਲੋਕ ਭੁੱਖਮਰੀ ਨਾਲ ਮਰ ਜਾਂਦੇ ਨੇ। ਤਰਾਸਦੀ ਹੈ। ਤੁਸੀਂ ਸੋਚੋ, ਮੈਂ ਪਹਿਲਾਂ ਵੀ ਇਹ ਗੱਲ ਕੀਤੀ ਕਿ ਬੜਾ ਸ਼ੁਕਰ ਹੈ ਕਿ ਅਸੀਂ ਉਸ ਸਥਿਤੀ ਚੋਂ ਕਦੀ ਨਹੀਂ ਗੁਜ਼ਰੇ, ਸਾਨੂੰ ਉਸ ਸਥਿਤੀ ਦਾ ਆਭਾਸ ਨਹੀਂ ਆ, ਅਸੀਂ ਉਹਨੂੰ ਅਜ਼ਿਊਮ ਨਹੀਂ ਕਰ ਸਕਦੇ, ਅਸੀਂ ਉਹਦੇ ਬਾਰੇ ਸੋਚ ਨਹੀਂ ਸਕਦੇ। ਪਰ ਕਿੰਨਾ ਮੁਸ਼ਕਲ ਹੋਵੇਗਾ ਕਿਸੇ ਬੰਦੇ ਦਾ ਕੁਝ ਵੀ ਖਾਣ ਨੂੰ ਮਿਲੇ ਬਿਨਾਂ ਹੀ ਮਰ ਜਾਣਾ। ਬਿਲਕੁਲ। ਮੁੱਦੇ ਹਾਲੇ ਹੋਰ ਵੀ ਬਹੁਤ ਨੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਨੇ ਆ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮਸ ਦਾ ਰੇੜਕਾ ਚੱਲ ਰਿਹਾ ਭਾਰਤ ਸਰਕਾਰ ਨਾਲ, ਉਹਦੀ ਕੀ ਕਹਾਣੀ ਹੈ? ਸਵਲੀਨ ਜੀ, ਗੱਲ ਇਹ ਆ ਕਿ ਜਿਹੜੀ ਭਾਰਤ ਦੇ ਵਿੱਚ ਮੌਜੂਦਾ ਸਰਕਾਰ ਆ, ਇਹਦਾ ਜਿਹੜਾ ਸਾਰਾ ਜ਼ੋਰ ਇਸ ਗੱਲ ਤੇ ਲੱਗਿਆ ਹੋਇਆ ਕਿ ਅਸੀਂ ਸਾਰੀਆਂ ਚੀਜ਼ਾਂ ਨੂੰ ਆਪਣੇ ਕੰਟਰੋਲ ਅਧੀਨ ਰੱਖੀਏ ਜੀ। ਪਰ ਇਸ ਸਿਰਫ ਇੱਕ ਗੱਲ ਮੇਰੇ ਕਰ ਦੇਣ ਨਾਲ ਅਸੀਂ ਨਾ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ, ਜਿਹੜੀਆਂ ਵੀ ਅਸੀਂ ਕੰਪਨੀਆਂ ਦੇ ਨਾਲ ਅਸੀਂ ਸੰਚਾਰ ਦੇ ਸਾਧਨਾਂ ਦੇ ਤੌਰ ਤੇ ਵਰਤਦੇ ਹਾਂ, ਇਹਨਾਂ ਨੂੰ ਅਸੀਂ ਵਾਈਟ ਚਿੱਟ ਨਹੀਂ ਦੇ ਸਕਦੇ ਕਿ ਇਹ ਸਾਰੇ ਠੀਕ ਨੇ। ਸੋ ਕਮੀਆਂ ਦੋਨੋਂ ਪਾਸੇ ਨੇ, ਪਰ ਇਹਨਾਂ ਦਾ ਸਾਰਿਆਂ ਦਾ ਜਿਹੜਾ ਧਿਆਨ ਆ, ਕੰਪਨੀਆਂ ਚਾਹੁੰਦੀਆਂ ਨੇ ਕਿ ਸਾਡਾ ਪ੍ਰੋਫਿਟ ਬਣਿਆ ਰਹੇ, ਲੋਕ ਸਾਡੇ ਨਾਲ ਜੁੜੇ ਰਹਿਣ। ਸਰਕਾਰ ਚਾਹੁੰਦੀ ਆ ਕਿ ਸਾਰਾ ਕੁਝ ਸਾਡੇ ਕੰਟਰੋਲ ਅਧੀਨ ਰਹੇ। ਸਰਕਾਰ ਨੂੰ ਉਹਨਾਂ ਦੇ ਪ੍ਰੋਫਿਟ ਨਾਲ ਕੋਈ ਹਾਲਾਂਕਿ ਲੈਣਾ ਦੇਣਾ ਨਹੀਂ ਹੈ, ਪਰ ਉਹ ਇਹ ਚਾਹੁੰਦੇ ਨੇ ਕਿ ਉਹ ਜਿਹੜਾ ਇਹਨਾਂ ਦਾ ਕੰਟਰੋਲ ਆ, ਲੋਕਾਂ ਦੀ ਜਿਹੜੀ ਜਾਣਕਾਰੀ ਆ ਉਹ ਸਾਡੇ ਕੋਲ ਜ਼ਰੂਰ ਆਵੇ। ਕਿਉਂਕਿ ਜਦੋਂ ਰਿਲਾਇੰਸ ਦੀ ਅਸੀਂ ਗੱਲ ਕਰਦੇ ਸੀ, ਉਹਨਾਂ ਨੇ ਕਿਹਾ ਸੀਗਾ ਇੱਕ ਵਾਰੀ ਕਿ ਡੇਟਾ ਜਿਹੜਾ ਆ ਇਸ ਦੁਨੀਆ ਦੀ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਅੱਜ ਦੀ ਤਰੀਕ ਦੇ ਵਿੱਚ ਵੀ ਇਸ ਗੱਲ ਸਾਡੇ ਸਾਹਮਣੇ ਅਕਸਰ ਆਉਂਦੀ ਰਹਿੰਦੀ ਹੈ। ਅਸੀਂ ਇਦਾਂ ਦੇ ਚੁਟਕਲੇ ਵੀ ਪੜ੍ਹਦੇ ਹਾਂ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਤੁਹਾਡਾ ਡੇਟਾ ਕੰਪਨੀਆਂ ਕੋਲ ਇੰਨੇ ਵਧੀਆ ਤਰੀਕੇ ਨਾਲ ਹੋਣਾ ਆ ਕਿ ਉਹਨਾਂ ਨੂੰ ਪਤਾ ਹੋਣਾ ਤੁਸੀਂ ਕਿਹੜੀ ਗੋਲੀ ਖਾ ਰਹੇ ਆ, ਕਿਹੜੀ ਗੱਡੀ ਚਲਾ ਰਹੇ ਆ, ਕੀ ਤੁਸੀਂ ਕਰ ਰਹੇ ਆ, ਕੀ ਨਹੀਂ ਕਰ ਰਹੇ। ਹੁਣ ਵੀ ਮੈਨੂੰ ਨਹੀਂ ਪਤਾ ਕਿ ਕਿਹੜੀ ਐਪ ਮੇਰੇ ਫੋਨ 'ਚ ਮੇਰੇ ਕੋਲ ਲੱਗ ਗਈ, ਜਦੋਂ ਮੈਂ ਆਫਿਸ ਤੋਂ ਬਾਹਰ ਨਿਕਲ ਕੇ ਕਾਰ 'ਚ ਬੈਠਦਾ ਤੇ ਮੈਨੂੰ ਦੱਸ ਦਿੰਦਾ ਕਿ ਇੱਥੋਂ 37 ਮਿੰਟ ਲੱਗਣੇ ਆ ਤੇਰੇ ਘਰ ਨੂੰ। ਉਹ ਰੋਜ਼ ਮੈਨੂੰ ਟਰੈਕ ਕਰਦੀ ਆ ਕਿ ਮੈਂ ਕਿਤੇ ਲਿਖਿਆ ਹੋਣਾ ਕਿ ਮੇਰਾ ਘਰ ਕਿੱਥੇ ਆ, ਤੇ ਰੋਜ਼ ਮੈਨੂੰ ਦੱਸਦੀ ਆ ਕਿ ਇੰਨੇ ਮਿੰਟ 'ਚ ਤੁਸੀਂ ਪਹੁੰਚ ਜਾਣਾ, ਤੇ ਇੱਥੇ ਮੇਰਾ ਬ੍ਰੇਕ ਹੈ, ਇੱਥੇ ਤੁਹਾਡਾ ਜਿਹੜਾ ਟ੍ਰੈਫਿਕ ਜਾਮ ਹੈ। ਸੋ ਇਸ ਡੇਟਾ ਨੇ ਜਾਂ ਇਸ ਮੀਡੀਆ ਨੇ ਜਾਂ ਇਸ GPS ਸਿਸਟਮ ਨੇ ਜਾਂ ਇਸ ਜਿਹੜੀ ਨਵੀਂ ਤਕਨੋਲੋਜੀਆਂ ਨੇ ਮਨੁੱਖ ਨੂੰ ਬਹੁਤ ਹੱਦ ਤੱਕ ਕੰਟਰੋਲ ਕਰ ਰਹੇ। ਹੁਣ ਜਦੋਂ ਅਸੀਂ ਗੱਲ ਕਰੀਏ ਸਰਕਾਰਾਂ ਦੇ ਇਸ ਕੰਟਰੋਲ ਦੀ ਜਾਂ ਇਸ ਮੀਡੀਆ ਦੀ, ਜਿਹੜੀ ਤੁਸੀਂ ਗੱਲ ਕੀਤੀ, ਜਿਹੜੀ ਇੱਕ ਸਮੱਸਿਆ ਪਈ ਹੋਈ ਆ, ਪਹਿਲਾਂ ਤਾਂ ਇਹ ਗੱਲ ਆ ਕਿ ਸਮੱਸਿਆ ਜਿਹੜੀ ਇਸ ਵੇਲੇ ਦੁਨੀਆ ਦੇ ਸਾਹਮਣੇ ਸਭ ਤੋਂ ਵੱਡੀ ਹੈਗੀ ਆ ਕੋਵਿਡ ਦੀ। ਜਦੋਂ ਮਹਾਮਾਰੀ ਦਾ ਐਲਾਨ ਹੋ ਗਿਆ, ਫਿਰ ਰਾਜਨੀਤੀ, ਵੋਟਾਂ, ਇਹ WhatsApp ਇਹ ਜੋ ਖੇਸਵਾ, ਜੋ ABC XYZ, ਜੋ ਬਹੁਤੀਆਂ ਜ਼ਰੂਰੀ ਜਿਹੜੀਆਂ ਗੈਰ ਜ਼ਰੂਰੀ ਚੀਜ਼ਾਂ, ਇਹ ਸਾਰੀਆਂ ਬੰਦ ਹੋ ਜਾਣੀਆਂ ਚਾਹੀਦੀਆਂ ਘੱਟ ਤੋਂ ਘੱਟ ਉਨੀ ਦੇਰ ਤੱਕ, ਜਦ ਤੱਕ ਅਸੀਂ ਇਸ ਸਮੱਸਿਆ ਤੋਂ ਨਿਜਾਤ ਨਹੀਂ ਪਾ ਲੈਂਦੇ। ਇਹਨਾਂ ਕੰਪਨੀਜ਼ ਨੂੰ ਵੀ ਚਾਹੀਦਾ, ਇਹਨਾਂ ਰਾਜਨੀਤੀ ਵਾਲੇ ਲੋਕਾਂ ਨੂੰ ਵੀ ਚਾਹੀਦਾ। ਇਹਨਾਂ ਅਦਾਲਤਾਂ ਤਾਂ ਕਹਿ ਕੇ ਥੱਕ ਗਈਆਂ, ਉਹਨਾਂ ਦੀ ਗੱਲ ਸੁਣਦੇ ਵੀ ਨੇ ਲੋਕ, ਪਰ ਉਨੀ ਨਹੀਂ ਸੁਣਦੇ। ਨਾ ਤੇ ਸਰਕਾਰਾਂ ਬਹੁਤੀਆਂ ਸੁਣਦੀਆਂ ਤੇ ਨਾ ਹੀ ਇਹ ਕੰਪਨੀਆਂ, ਕਿਉਂਕਿ ਇੱਥੇ ਹਰ ਚੀਜ਼ ਦੇ ਵਿੱਚ ਲੂਪ ਹੋਲ ਜਿਹੜਾ ਉਹ ਮਿਲ ਜਾਂਦਾ।
ਪਰ ਕਿਉਂ ਜੋ ਸਾਡਾ ਦਾਰੋਮਦਾਰ ਇਦਾਂ ਦਾ ਆ, ਸਾਡੇ ਹਾਲਾਤ ਇਦਾਂ ਦੇ ਨੇ ਕਿ ਇੱਥੇ ਇੱਕ ਜਿਹੜਾ ਡਾਇਲੌਗ ਆ ਉਹ ਬਹੁਤ ਮਸ਼ਹੂਰ ਆ, ਚੱਲੀ ਜਾਂਦਾ, ਬਿਮਾਰੀ ਵੀ ਚੱਲੀ ਜਾਂਦੀ ਆ ਤੇ ਲੜਾਈਆਂ ਵੀ ਚੱਲੀ ਜਾਂਦੀਆਂ ਤੇ ਰਾਜਨੀਤੀ ਵੀ ਚੱਲੀ ਜਾਂਦੀ ਤੇ ਕੰਪਨੀਆਂ ਦੇ ਕੇਸ ਵੀ ਚੱਲੀ ਜਾਂਦੇ। ਜੇ ਅਸੀਂ ਇਸ ਗੱਲ ਵੱਲ ਆਈਏ, ਪਹਿਲਾਂ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਤੇ WhatsApp ਤੇ Facebook ਤੇ Twitter ਜਾਂ Instagram, ਇਹਨਾਂ ਦੇ ਨਾਂ ਤੇ ਬਹੁਤ ਨੇ ਪਰ ਇਹ ਕੁਝ ਮੁੱਢਲੀਆਂ ਨੇ ਜਿਹੜੀਆਂ ਅਸੀਂ ਸਾਰੇ ਆਮ ਤੌਰ ਤੇ ਯੂਜ਼ ਕਰਦੇ ਹਾਂ। WhatsApp ਤੇ Facebook ਸਾਡੇ ਲਈ, ਮੀਡੀਆ ਵਾਲਿਆਂ ਲਈ ਵੀ ਬਹੁਤ ਬੁਰੀ ਤਰ੍ਹਾਂ ਨਾਲ ਅਸੀਂ ਇਹਦੇ ਨਾਲ ਜੁੜੇ ਹੋਏ ਹਾਂ। ਸਾਨੂੰ ਤੁਹਾਡੇ ਤੋਂ ਕੋਈ ਨਾ ਕੋਈ ਖਬਰ ਜਾਂ ਹੋਰ ਕੰਪਨੀਆਂ ਤੋਂ ਖਬਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਉਹ ਇੱਥੇ ਆਉਂਦੀ ਜਾਂਦੀ ਰਹਿੰਦੀ। ਪਹਿਲਾਂ WhatsApp ਇੱਕ ਵੱਖਰਾ ਗਰੁੱਪ ਸੀ ਤੇ Facebook ਇੱਕ ਵੱਖਰਾ ਗਰੁੱਪ ਸੀ। ਬਾਅਦ ਵਿੱਚ ਇਹਨਾਂ ਦੀ ਵਿਲੇ ਹੋ ਗਿਆ, Facebook ਨੇ WhatsApp ਖਰੀਦ ਲਈ ਤੇ WhatsApp ਨੇ ਫਿਰ ਬਾਅਦ ਵਿੱਚ ਕਿਹਾ ਕਿ ਅਸੀਂ ਆਪਣਾ ਜਿਹੜਾ ਡੇਟਾ ਆ ਉਹ ਆਪਣੀ ਮਦਰ ਕੰਪਨੀ ਨਾਲ, ਜਿਹੜੀ ਪੇਰੈਂਟ ਕੰਪਨੀ ਉਹਦੇ ਨਾਲ ਸ਼ੇਅਰ ਕਰਨਾ ਤੇ ਭਾਰਤ ਸਰਕਾਰ ਨੂੰ ਇਹ ਗੱਲ ਬੜੀ ਚੁੱਭੀ ਸੀ ਤੇ ਉਹਨਾਂ ਨੇ ਇਸੇ ਦਿੱਲੀ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਸੀ ਤੇ ਉਦੋਂ ਹੀ ਅਸੀਂ ਇਸੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਇੱਥੇ WhatsApp ਜਿਹੜਾ ਆ ਉਹ ਗਲਤ ਆ। ਮੈਂ ਇੱਕ ਕੰਪਨੀ ਦਾ ਡਾਟਾ ਯੂਜ਼ ਕਰਦਾ, ਮੈਂ ਇਸ ਕੰਪਨੀ ਤੋਂ ਤੁਹਾਨੂੰ ਮੈਸੇਜ ਭੇਜਦਾ ਜਾਂ ਆਪਣੇ ਪਰਿਵਾਰ ਨੂੰ ਮੈਸੇਜ ਭੇਜਦਾ, ਆਪਣੇ ਦੋਸਤਾਂ ਨੂੰ ਮੈਸੇਜ ਭੇਜਦਾ ਜਾਂ ਮੈਂ ਆਪਣੀਆਂ ਬੈਂਕ ਦੀਆਂ ਕੁਝ ਟ੍ਰਾਂਜੈਕਸ਼ਨ ਕਰਦਾ ਤੇ ਮੇਰਾ ਉਹ ਜਿਹੜਾ ਡੇਟਾ ਆ ਕਿਸੇ ਹੋਰ ਕੰਪਨੀ ਨਾਲ ਸ਼ੇਅਰ ਜਿਹੜਾ ਉਹ ਨਹੀਂ ਕੀਤਾ ਜਾਣਾ ਚਾਹੀਦਾ। ਮਤਲਬ ਨਿੱਜਤਾ ਨੂੰ ਖਤਰਾ ਸੀ ਤੇ ਉਦੋਂ WhatsApp ਨੇ ਸਫਾਈ ਦਿੱਤੀ ਸੀ ਕਿ ਅਸੀਂ ਡੇਟਾ, ਕਿਉਂਕਿ ਅਸੀਂ ਹੁਣ ਇੱਕ ਕੰਪਨੀ ਹੈ ਇਸ ਕਰਕੇ ਸਿਰਫ ਇਹ ਸ਼ੇਅਰ ਕਰਨਾ ਹੈ ਕਿ WhatsApp ਕੌਣ-ਕੌਣ ਵਰਤ ਰਿਹਾ ਹੈ ਤੇ ਉਹ ਕਿਹਦੇ ਨਾਲ ਗੱਲ ਕਰਦਾ ਹੈ, ਕੀ ਗੱਲ ਕਰਦਾ ਹੈ, ਇਹ ਅਸੀਂ ਸ਼ੇਅਰ ਨਹੀਂ ਕਰਨਾ। ਤੇ ਉਦੋਂ ਸਾਨੂੰ ਲੱਗਾ ਸੀਗਾ ਕਿ ਇਹ ਠੀਕ ਆ ਤੇ ਉਹਨਾਂ ਨੇ ਆਪਣੀ ਸਫਾਈ ਦੇ ਵਿੱਚ ਇਹ ਵੀ ਦੱਸਿਆ ਸੀ ਕਿ ਸਾਡਾ ਜਿਹੜਾ ਡੇਟਾਬੇਸ ਆ ਜਾਂ ਸਾਡੀ ਜਿਹੜੀ ਕਮਿਊਨੀਕੇਸ਼ਨ ਆ ਉਹ ਇਨਕ੍ਰਿਪਟਡ ਆ ਐਂਡ ਟੂ ਐਂਡ, ਯਾਨੀ ਕਿ ਜਿਹੜਾ ਮੈਂ ਮੈਸੇਜ ਭੇਜਦਾ ਉਹਨੂੰ ਰਸਤੇ 'ਚ ਕਿਤੇ ਡੀਕੋਡ ਨਹੀਂ ਕੀਤਾ ਜਾਂਦਾ, ਜਦ ਤੱਕ ਉਹ ਤੁਹਾਡੇ ਤੱਕ ਪਹੁੰਚਦਾ ਨਹੀਂ ਉਹਨੂੰ ਵਿੱਚ ਵਿਚਾਲੇ ਕਿਤੇ ਪੜ੍ਹਿਆ ਨਹੀਂ ਜਾਂਦਾ, ਪੜ੍ਹਿਆ ਨਹੀਂ ਜਾ ਸਕਦਾ। ਪਰ ਅਸੀਂ ਇਹਦੇ ਅਪਵਾਦ ਵੀ ਦੇਖੇ ਸੀ, ਬਾਅਦ ਵਿੱਚ ਦੇਖਿਆ ਸੀ ਕਿ ਕਈ ਲੋਕਾਂ ਦੇ ਮੈਸੇਜ ਜਿਹੜੇ ਆ ਪਬਲਿਕ ਹੋਏ। ਮੰਨ ਲਈਏ ਕਿ ਉਹ ਕੰਪਨੀ ਨੇ ਨਹੀਂ ਕੀਤੇ, ਕਿਸੇ ਹੋਰ ਤਰੀਕੇ ਨਾਲ ਹੋਏ, ਫਿਰ ਵੀ ਗੱਲ ਇੱਥੇ ਤੱਕ ਸੀ ਕਿ ਉੱਥੇ WhatsApp ਦੀ ਗਲਤੀ ਇਹ ਨਜ਼ਰ ਆਉਂਦੀ ਸੀ ਕਿ ਇਹ ਕੰਪਨੀ ਜਿਹੜੀ ਆ ਡੇਟਾ ਸ਼ੇਅਰ ਕਰ ਰਹੀ ਆ। ਹੁਣ ਅਸੀਂ ਆਈਏ ਅੱਜ ਦੇ ਜਿਹੜਾ ਤਾਜ਼ਾ ਵਿਵਾਦ ਆ। ਫਰਵਰੀ 'ਚ ਇਹਨਾਂ ਨੇ ਕਿਹਾ ਸੀਗਾ, ਸਾਡੀ ਭਾਰਤ ਸਰਕਾਰ ਨੇ ਕਿਹਾ ਸੀਗਾ ਕਿ ਅਸੀਂ ਜਿਹੜੇ ਆਪਣੇ IT ਰੂਲਸ 2021 ਆ ਉਹਦੇ ਵਿੱਚ ਕੁਝ ਧਾਰਾਵਾਂ ਜੋੜਨੀਆਂ ਨੇ ਤੇ ਕੰਪਨੀਆਂ ਨੂੰ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਆਪਣੀ ਜਿਹੜੀ ਰਾਏ ਆ ਸਾਨੂੰ ਦੱਸੋ। ਅੱਜ ਰਵੀ ਸ਼ੰਕਰ ਪ੍ਰਸਾਦ ਨੇ ਕੱਲ ਜਿਹੜਾ ਬਿਆਨ ਦਿੱਤਾ ਉਹ 'ਚ ਉਹਨਾਂ ਨੇ ਕਿਹਾ ਕਿ ਅਸੀਂ ਇਹਨਾਂ ਸਾਰੀਆਂ ਕੰਪਨੀਆਂ ਨੂੰ ਕਿਹਾ ਸੀ, ਉਦੋਂ ਇਹਨਾਂ ਨੇ ਕੁਝ ਨਹੀਂ ਸਾਨੂੰ ਦੱਸਿਆ ਤੇ ਅਸੀਂ ਹੁਣ ਜਦੋਂ ਕਾਨੂੰਨ ਬਣਾ ਕੇ ਗਜਟ ਛਾਪ ਦਿੱਤਾ ਤੇ ਲਾਗੂ ਹੋਣੇ ਆ ਤੇ ਹੁਣ ਇਹਨਾਂ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਦਿੱਤਾ। ਹੁਣ WhatsApp ਨੇ ਹਾਈ ਕੋਰਟ ਜਾ ਕੇ ਜਿਹੜੀ ਗੱਲ ਦੱਸੀ ਉਹ ਕਹਿੰਦੇ ਆ ਕਿ ਸਰਕਾਰ ਇਹ ਚਾਹੁੰਦੀ ਆ ਕਿ ਤੁਸੀਂ ਜਿਹੜੇ ਵੀ ਮੈਸੇਜ ਇੱਕ ਤੋਂ ਦੂਜੀ ਜਗ੍ਹਾ ਜਾਂਦੇ ਆ ਉਹ ਸਾਨੂੰ ਜ਼ਰੂਰ ਦੱਸੋ, ਟਰੇਸ ਕਰਨ ਦੀ ਗੱਲ। ਸਰਕਾਰ ਉੱਥੇ ਜਦੋਂ ਆਪਣਾ ਪੱਖ ਰੱਖਦੀ ਆ ਤੇ ਉਹ ਕਹਿੰਦੀ ਆ ਕਿ ਸਾਨੂੰ ਦੇਸ਼ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਤੇ ਸੁਰੱਖਿਆ ਨੂੰ ਲੈ ਕੇ ਤੇ ਜੋ ਕ੍ਰਾਈਮ ਦੇ ਜਿਹੜੇ ਅੰਕੜੇ ਉਹਨਾਂ ਨੂੰ ਲੈ ਕੇ ਇਹਨਾਂ ਗੱਲਾਂ ਨੂੰ ਕਰਨਾ ਜ਼ਰੂਰੀ ਆ। ਪਰ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਉਸ ਕੇਸ ਦੇ ਵਿੱਚ WhatsApp ਗਲਤ ਸੀ ਕਿ ਉਹ ਡਾਟਾ ਸ਼ੇਅਰ ਕਰਨ ਦੀ ਗੱਲ ਕਰਦਾ ਸੀ ਤੇ ਇਸ ਕੇਸ ਦੇ ਵਿੱਚ ਸਰਕਾਰ ਦੀ ਇਹ ਗਲਤੀ ਆ ਕਿ ਜਿੱਥੇ ਤੁਹਾਨੂੰ ਕਿਤੇ ਲੱਗੇਗਾ ਕਿ ਕਿਤੇ ਕੋਈ ਕ੍ਰਾਈਮ ਦੀ ਗੱਲ ਆ ਉੱਥੇ WhatsApp ਨੂੰ ਕਹੋ ਕਿ ਸਾਨੂੰ ਆਹ ਡਿਟੇਲ ਚਾਹੀਦੀ ਆ, ਇੱਕ ਜਿੱਦਾਂ ਪਹਿਲਾਂ ਵੀ ਹੁੰਦਾ ਕਿ ਟੈਲੀਫੋਨ ਕੰਪਨੀਆਂ ਜਿਹੜੀਆਂ ਆ ਉਹ ਵੀ ਡਾਟਾ ਸ਼ੇਅਰ ਕਰਦੀਆਂ ਆ, ਕਾਲਿੰਗ ਦੀ ਰਿਕਾਰਡਿੰਗ ਦਿੰਦੀਆਂ ਆ ਪੁਲਿਸ ਨੂੰ ਜਾਂ ਸੰਬੰਧਿਤ ਮਹਿਕਮੇ ਨੂੰ ਜਦੋਂ ਕਿਤੇ ਲੋੜ ਹੋਵੇ, ਜਦੋਂ ਕਾਨੂੰਨੀ ਤੌਰ ਤੇ। ਡਰ ਇਸ ਗੱਲ ਦਾ ਹੈ WhatsApp ਨੂੰ ਵੀ ਹੈ ਤੇ WhatsApp ਨੂੰ ਡਰ ਹੋ ਰਿਹਾ, ਆਮ ਜਨਤਾ ਨੂੰ ਡਰ ਹੋ ਰਿਹਾ। WhatsApp ਦਾ ਡਰ ਇਸ ਗੱਲ ਦਾ ਹੈ ਕਿ ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਕਿ WhatsApp ਦੀ ਜਾਣਕਾਰੀ ਸਰਕਾਰ ਨਾਲ ਸ਼ੇਅਰ ਹੋ ਰਹੀ ਹੈ ਤੇ ਫਿਰ ਲੋਕ ਸਾਡੇ ਨਾਲ ਜੁੜਨਗੇ ਨਹੀਂ, ਉਹਨਾਂ ਨੂੰ ਸਾਡੀ ਤੁਹਾਡੀ ਨਿੱਜਤਾ ਤੋਂ ਕੋਈ ਲੈਣਾ ਦੇਣਾ ਨਹੀਂ। ਉਹਨਾਂ ਵੱਲੋਂ ਤੁਹਾਡੀ ਕੋਈ ਜਾਣਕਾਰੀ ਲੀਕ ਹੋ ਜਾਏ, ਚਾਹੇ ਮੇਰੀ ਬੈਂਕ ਦੀ ਜਾਣਕਾਰੀ ਲੀਕ ਹੋ ਜਾਏ, ਚਾਹੇ ਸਾਰੀ ਦੁਨੀਆ ਦੀ ਹੋ ਜਾਏ, ਉਹਨਾਂ ਨੂੰ ਤਾਂ ਇਸ ਗੱਲ ਨਾਲ ਹੈ ਕਿ ਲੋਕ ਸਾਡੇ ਨਾਲ ਜੁੜੇ ਰਹਿਣ। ਸਾਡਾ ਜਿਹੜਾ ਐਡਵਰਟਾਈਜ਼ਮੈਂਟ ਦਾ ਇੱਕ ਨਵੇਂ ਤਰੀਕੇ ਦਾ ਬਿਜ਼ਨਸ ਹੈ ਟੈਕਨੋਲੋਜੀ ਦੇ ਵਿੱਚ, ਉਹ ਚੱਲਦਾ ਰਹੇ। ਲੋਕਾਂ ਨੂੰ ਇਹ ਪਰੇਸ਼ਾਨੀ ਹੈ, ਇਹ ਫਿਕਰ ਹੈ ਕਿ ਜਿਹੜੀ ਸਾਡੀ ਜਾਣਕਾਰੀ ਹੈ, ਜੋ ਵੀ ਅਸੀਂ ਬੋਲਾਂਗੇ, ਜੋ ਵੀ ਹੁਣ ਅਸੀਂ ਦੇਖਦੇ ਹਾਂ ਅੱਜ ਦੀ ਡੇਟ ਦੇ ਵਿੱਚ ਕਿ Facebook ਦੇ ਉੱਤੇ, WhatsApp ਦੇ ਉੱਤੇ ਅਸੀਂ ਅਕਸਰ ਸਰਕਾਰ ਦੀ ਨੁਕਤਾਚੀਨੀ ਕਰਦੇ ਹਾਂ, ਅਕਸਰ ਅਸੀਂ ਬਹੁਤ ਸਾਰੀਆਂ ਚੀਜ਼ਾਂ ਗਲਤ ਵੀ ਦੇਖਦੇ ਹਾਂ ਤੇ ਉਹ ਸਾਰੀਆਂ ਚੀਜ਼ਾਂ ਲਈ ਫਿਰ ਲੋਕਾਂ ਨੂੰ ਇਹ ਹੈ ਕਿ ਜਿਹੜੇ ਤੇ ਕ੍ਰਿਮੀਨਲ ਲੋਕ ਨੇ ਉਹਨਾਂ ਲਈ ਸਮੱਸਿਆ ਹੋਰ ਹੈ, ਜਿਹੜੇ ਸਰਕਾਰ ਦੇ ਖਿਲਾਫ ਬੋਲਣ ਵਾਲੇ ਲੋਕ ਨੇ ਜਾਂ ਸੱਚ ਨੂੰ ਸੱਚ ਕਹਿਣ ਵਾਲੇ ਲੋਕ ਨੇ, ਸਰਕਾਰ ਤੋਂ ਸਵਾਲ ਕਰਨ ਵਾਲੇ ਲੋਕ ਨੇ ਤੇ ਮੀਡੀਆ ਇੰਡਸਟਰੀ ਨਾਲ ਜੁੜੇ ਹੋਏ ਲੋਕ ਨੇ, ਜਿਨ੍ਹਾਂ ਨੇ ਨਿਊਜ਼ ਚੈਨਲ ਬਣਾਏ ਹੋਏ ਨੇ ਜਾਂ ਨਿਊਜ਼ ਦੀਆਂ ਪੋਰਟਲਸ ਨੇ, ਉਹਨਾਂ ਲਈ ਸਮੱਸਿਆ ਹੋਰ ਹੈ। ਉਹਨਾਂ ਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਆ ਇਹ ਨਿੱਜਤਾ ਤੇ ਜਿਹੜਾ ਸਿੱਧਾ ਅਟੈਕ ਹੈ ਕਿ ਸਾਡੀ ਜਿਹੜੀ ਬੋਲਣ ਦੀ ਆਜ਼ਾਦੀ ਆ ਉਹਨੂੰ ਸਰਕਾਰ ਕਾਬੂ ਕਰਨਾ ਚਾਹੁੰਦੀ ਤੇ ਜਦੋਂ ਓਪਰੀ ਨਜ਼ਰ ਨਾਲ ਦੇਖਦੇ ਆ ਤੇ ਲੱਗਦਾ ਵੀ ਇਦਾਂ ਹੀ ਆ ਕਿਉਂਕਿ ਸਰਕਾਰ ਦਾ ਜੋ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੇ ਵਿੱਚ ਦਖਲਅੰਦਾਜ਼ੀ ਕਰਨ ਦਾ ਤਰੀਕਾ ਹੈ ਉਹ ਤੋਂ ਇਹੀ ਸਿੱਧ ਆਉਂਦਾ ਕਿ ਸਰਕਾਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਬੜੇ ਲੰਬੇ ਤਰੀਕੇ ਦੇ ਨਾਲ, ਬੜੀ ਦੂਰ ਦੀ ਪਲੈਨਿੰਗ ਦੇ ਨਾਲ ਕੰਟਰੋਲ ਕਰਨਾ ਚਾਹੁੰਦੀ ਹੈ। ਕਿਉਂਕਿ ਜੇ ਅਸੀਂ ਹੁਣ ਇਸ WhatsApp ਤੇ Facebook ਦੀ ਗੱਲ ਛੱਡ ਕੇ ਗੱਲ Twitter ਤੇ ਕਰੀਏ ਤੇ Twitter ਨਾਲ ਭਾਰਤ ਸਰਕਾਰ ਦਾ ਪੰਗਾ ਉਦੋਂ ਹੀ ਸ਼ੁਰੂ ਹੋਇਆ ਸੀ ਜਦੋਂ ਇਹਨਾਂ ਨੇ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਕੁਝ ਟਵੀਟ ਹਟਾਉਣ ਲਈ ਕਿਹਾ ਸੀ।
ਪਹਿਲਾਂ ਤਾਂ ਟਵਿੱਟਰ ਨੇ ਮਨਾ ਕਰਤਾ ਸੀ, ਬਾਅਦ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਫਿਰ ਤੁਹਾਡੇ ਤੇ ਕੇਸ ਦਰਜ ਕਰਾਂਗੇ ਤੇ ਤੁਹਾਡੇ ਜਿਹੜੇ ਇੱਥੇ ਦੇ ਮੁਲਾਜ਼ਮ ਹੈ ਉਹ ਫੜੇ ਜਾਣਗੇ। ਫਿਰ ਟਵਿੱਟਰ ਨੇ ਬੈਕਫੁੱਟ ਤੇ ਆਏ ਸੀ ਤੇ ਉਹਨਾਂ ਨੇ ਬਾਅਦ ਵਿੱਚ ਅਨਾਉਂਸ ਕੀਤਾ ਸੀ ਕਿ ਅਸੀਂ ਭਾਰਤ ਸਰਕਾਰ ਦੀਆਂ ਜਿਹੜੀਆਂ ਆ ਉਹ 90-95% ਜਿਹੜੀਆਂ ਸ਼ਿਕਾਇਤਾਂ ਆ ਉਹਨਾਂ ਦਾ ਨਿਵਾਰਨ ਕਰ ਦਿੱਤਾ ਤੇ ਹੁਣ ਜਿਹੜੀ ਮੁਸ਼ਕਲ ਆ ਉਹ ਹੱਲ ਹੋ ਗਈ ਹੈ ਤੇ ਸਾਰਾ ਕੁਝ ਠੀਕ ਹੈ ਜੀ। ਤੇ ਇੱਕ ਗੱਲ ਹੋਰ ਜਿਹੜੀ ਇਹਨਾਂ ਸੋਸ਼ਲ ਮੀਡੀਆ ਸਾਈਟਸ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਦੇ ਵਿਰੋਧ 'ਚ ਆ ਉਹ ਇਹ ਆ ਸਵਲੀਨ ਜੀ ਕਿ ਇਹਨਾਂ ਕੋਲ ਕਰੋੜਾਂ ਦੇ ਵਿੱਚ ਇੱਥੇ ਗਾਹਕ ਨੇ, ਇਹਨਾਂ ਨੂੰ ਵਰਤਣ ਵਾਲੇ ਇਹਨਾਂ ਦੇ ਕੰਜ਼ਿਊਮਰ ਨੇ, ਜਿਹੜੇ ਕਸਟਮਰ ਨੇ, ਜੋ ਵੀ ਕਹਿ ਲਈਏ, ਉਹ ਭਾਰਤ ਵਿੱਚ ਬਹੁਤ ਵੱਡੀ ਗਿਣਤੀ 'ਚ ਨੇ। ਪਰ ਇਹਨਾਂ ਦਾ ਇੱਥੇ ਕੰਜ਼ਿਊਮਰ ਸ਼ੈਲ ਕੋਈ ਨਹੀਂ। ਇੱਥੇ ਜੇ ਤੁਸੀਂ ਕੋਈ WhatsApp ਦੀ ਜਾਂ Facebook ਦੀ ਜਾਂ ਟਵਿੱਟਰ ਦੀ ਕੋਈ ਸ਼ਿਕਾਇਤ ਕਰਨੀ ਆ ਤੇ ਉਹ ਇੱਥੇ ਨਹੀਂ ਹੁੰਦੀ, ਉਹ ਸਿਰਫ ਅਮਰੀਕਾ 'ਚ ਹੁੰਦੀ ਹੈ। ਭਾਰਤ ਸਰਕਾਰ ਉਹਨਾਂ ਨੂੰ ਇਸ ਗੱਲ ਤੇ ਵੀ ਦਬਾਅ ਬਣਾ ਰਹੀ ਹੈ ਵੀ ਤੁਸੀਂ ਇੱਕ 3 ਮੈਂਬਰੀ ਕਮੇਟੀ ਇੱਥੇ ਰੱਖੋ ਜਿਹੜੀ 24 ਘੰਟੇ ਇਹਨੂੰ ਵਾਚ ਵੀ ਕਰੇ ਤੇ ਸਰਕਾਰ ਨਾਲ ਵੀ ਰਾਬਤਾ ਰੱਖੇ ਤੇ ਇੱਕ ਮਹੀਨੇ ਦੇ ਮਹੀਨੇ ਹਰ ਮਹੀਨੇ ਇੱਕ ਰਿਪੋਰਟ ਵੀ ਦੱਸੇ ਬਣਾ ਕੇ ਕਿ ਤੁਹਾਨੂੰ ਮਹੀਨੇ 'ਚ ਭਾਰਤ ਤੋਂ ਕਿੰਨੀਆਂ ਸ਼ਿਕਾਇਤਾਂ ਮਿਲੀਆਂ, ਕਿੰਨੀਆਂ ਦਾ ਤੁਸੀਂ ਨਿਪਟਾਰਾ ਕੀਤਾ। ਸੋ ਕਈ ਗੱਲਾਂ ਦੇ ਵਿੱਚ ਸਰਕਾਰ ਜਾਇਜ਼ ਗੱਲਾਂ ਦੱਸ ਰਹੀ ਆ, ਪਰ ਬਹੁਤੀਆਂ ਗੱਲਾਂ ਦੇ ਵਿੱਚ ਸਰਕਾਰ ਦੀ ਜਿਹੜੀ ਉਹ ਲੋਕਾਂ ਨੂੰ ਦੱਬਣ ਦੀ ਜਿਹੜੀ ਨੀਤੀ ਆ ਉਹ ਸਾਹਮਣੇ ਆ ਰਹੀ ਹੈ। ਮਤਲਬ ਸਿੱਧਾ ਕਹਿ ਲਈਏ ਤੇ ਬੋਲਣ ਦੀ ਆਜ਼ਾਦੀ ਖੋਣ ਦਾ ਇੱਕ ਨਵਾਂ ਤਰੀਕਾ ਲੱਭ ਲਿਆ ਸਰਕਾਰ ਨੇ ਜੀ। ਸ਼ਰਮਾ ਜੀ, ਇਹ ਜਿਹੜਾ ਵਿਵਾਦ ਹੈ ਸਿਰਫ ਭਾਰਤ ਸਰਕਾਰ ਦਾ ਹੀ ਹੈ ਜਾਂ ਹੋਰਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਵੀ ਕੋਈ ਪ੍ਰੋਬਲਮ ਹੈ ਇਸ ਚੀਜ਼ ਤੋਂ? ਦੇਖੋ, ਜਿਹੜਾ ਸਾਈਬਰ ਕ੍ਰਾਈਮ ਹੈ ਜਾਂ ਸੋਸ਼ਲ ਮੀਡੀਆ ਦੇ ਦੋਸ਼ ਤੇ ਉਹਦੇ ਗੁਣ ਨੇ ਉਹ ਸਾਡੇ ਇਕੱਲਿਆਂ ਦੇ ਨਹੀਂ ਹੈਗੇ, ਸਾਰੀ ਦੁਨੀਆ 'ਚ ਨੇ। ਦੁਨੀਆ ਦੇ ਬਹੁਤ ਮੁਲਕਾਂ ਨੇ ਇਹਦੇ ਨਾਲ ਨਜਿੱਠਣ ਲਈ ਕਾਨੂੰਨ ਬਣਾਏ ਨੇ। ਇਦਾਂ ਦੀ ਗੱਲ ਨਹੀਂ ਹੈ ਕਿ ਭਾਰਤ ਲੇਟ ਆ, ਇਹਨਾਂ ਨੇ ਬਾਅਦ ਵਿੱਚ ਬਣਾਏ ਨੇ, ਪਰ ਜਿਸ ਤਰੀਕੇ ਨਾਲ ਇਹ ਬਣਾ ਰਹੇ ਨੇ ਬਾਕੀਆਂ ਨੇ ਉਦਾਂ ਨਹੀਂ ਬਣਾਏ। ਰਸ਼ੀਆ ਦੇ ਵਿੱਚ ਇਹਦੇ ਲਈ ਕਾਨੂੰਨ ਬਣੇ ਹੋਏ ਨੇ ਕਿ ਤੁਸੀਂ ਉੱਥੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਸ਼ ਵਿਰੋਧੀ ਨਹੀਂ ਕਰ ਸਕਦੇ ਤੇ ਜੇ ਤੁਸੀਂ ਕਰੋਗੇ ਤਾਂ ਫਿਰ ਤੁਹਾਡੀ ਅੰਤਰਰਾਸ਼ਟਰੀ ਆਮਦਨ, ਜੇ ਟਵਿੱਟਰ ਉੱਥੇ ਕੋਈ ਇਹੋ ਜਿਹੀ ਗੱਲ ਕਰਦਾ ਹੈ ਜਿਹੜੀ ਠੀਕ ਨਹੀਂ ਹੈ, ਉਹਨਾਂ ਨੂੰ ਲੱਗਦੀ ਹੈ, ਉਹ ਪ੍ਰੂਵ ਹੋ ਜਾਂਦੀ ਆ ਤੇ ਫਿਰ ਉਹਨਾਂ ਨੂੰ ਉਹ ਸਾਰੀ ਦੁਨੀਆ 'ਚ ਜਿੰਨਾ ਕਮਾ ਰਿਹਾ ਉਹਦਾ 10ਵਾਂ ਹਿੱਸਾ ਵੀ ਉਹਨਾਂ ਨੂੰ ਟੈਕਸ ਜਿਹੜਾ ਆ ਜੁਰਮਾਨਾ ਜਿਹੜਾ ਉਹ ਭਰਨਾ ਪੈ ਸਕਦਾ। ਜਰਮਨ ਦੇ ਵਿੱਚ ਵੀ ਬਿਲਕੁਲ ਇਦਾਂ ਹੀ ਹੈ, ਪਰ ਉੱਥੇ ਬੋਲਣ ਦੀ ਆਜ਼ਾਦੀ ਨਹੀਂ ਹੈ। ਇਹ ਗੱਲ ਨਹੀਂ ਹੈ ਕਿ ਤੁਸੀਂ ਕੀ ਕਹਿਣਾ ਹੈ, ਕਿਹਦੇ ਖਿਲਾਫ ਕਹਿਣਾ ਹੈ ਤੇ ਕਿਹਦੇ ਖਿਲਾਫ ਨਹੀਂ ਕਹਿਣਾ ਹੈ, ਪਰ ਉੱਥੇ ਇਹ ਗੱਲ ਹੈ ਕਿ ਜੇ ਤੁਸੀਂ ਕੁਝ ਪੋਰਨ ਸਾਈਟਸ ਹੈ ਜਾਂ ਕੁਝ ਇਹੋ ਜਿਹਾ ਕੁਝ ਵਲਗੈਰਿਟੀ ਨੂੰ ਲੈ ਕੇ ਹੈ ਜਾਂ ਕੁਝ ਇਹੋ ਜਿਹਾ ਤੁਸੀਂ ਪੋਸਟ ਕਰਦੇ ਹੋ ਤੇ ਫਿਰ ਤੁਹਾਨੂੰ ਉੱਥੇ ਵੱਡੇ ਜੁਰਮਾਨੇ ਜਿਹੜੇ ਨੇ ਲੱਗਦੇ ਨੇ। ਉੱਥੇ 1 ਮਿਲੀਅਨ ਤੋਂ ਲੈ ਕੇ 10 ਮਿਲੀਅਨ ਤੱਕ ਦੇ ਜੁਰਮਾਨੇ ਦੀ ਜਿਹੜੀ ਵਿਵਸਥਾ ਹੈ। ਤੇ ਹੁਣ ਇੱਥੇ ਇਦਾਂ ਦਾ ਕੁਝ ਨਹੀਂ ਹੈ। ਚਾਈਨਾ ਦੇ ਵਿੱਚ ਜਦੋਂ ਅਸੀਂ ਗੱਲ ਕਰੀਏ ਉੱਥੇ WhatsApp, ਟਵਿੱਟਰ ਤੇ Facebook ਉੱਥੇ ਬਹੁਤਾ ਕੁਝ ਹੈ ਹੀ ਨਹੀਂ। ਉੱਥੇ ਉਹਨਾਂ ਦੀਆਂ ਲੋਕਲ ਸਾਈਟਸ ਨੇ ਜਿਹੜੀਆਂ ਉਹੀ ਕੰਮ ਕਰਦੀਆਂ ਨੇ। ਤੇ ਅਮਰੀਕਾ ਨੇ ਵੀ ਉੱਥੇ ਜਿਹੜਾ ਇੱਕ ਫੈਡਰਲ ਢਾਂਚਾ ਡਿਵੈਲਪ ਕੀਤਾ ਹੈ ਜਿਹੜਾ ਇਹਨਾਂ ਦੀਆਂ ਸ਼ਿਕਾਇਤਾਂ ਦਾ ਨਿਵਾਰਨ ਕਰਦਾ ਹੈ ਤੇ ਉੱਥੇ ਕੋਈ ਸਮੱਸਿਆ ਆਉਂਦੀ ਹੈ ਤੇ ਉਹ ਇਹਨੂੰ ਦੇਖਦੇ ਨੇ, ਪਰ ਬਹੁਤੀ ਜਗ੍ਹਾ ਤੇ ਉਹਨੂੰ ਉਹਨਾਂ ਨੇ ਜੁਰਮਾਨੇ ਨਾਲ ਜਾਂ ਸਜ਼ਾਵਾਂ ਨਾਲ ਜੋੜਿਆ ਹੋਇਆ ਹੈ, ਪਰ ਬੋਲਣ ਤੇ ਆਜ਼ਾਦੀ ਨਹੀਂ ਹੈ। ਭਾਰਤ ਸਰਕਾਰ ਤੇ ਟਵਿੱਟਰ, ਭਾਰਤ ਸਰਕਾਰ ਨੇ WhatsApp ਤੋਂ ਇਸ ਗੱਲ ਦੀ ਵੀ ਮੰਗ ਕੀਤੀ ਆ ਕਿ ਤੁਸੀਂ ਇੱਕ ਸ਼ਬਦਾਂ ਨੂੰ ਲੈ ਕੇ ਇੱਕ ਸਿਸਟਮ ਡਿਵੈਲਪ ਕਰੋ ਵੀ ਜੇ ਉਹ ਸ਼ਬਦ ਕਿਤੇ ਵਰਤਿਆ ਹੋਵੇ ਤੇ ਤੁਸੀਂ ਉਹ ਜਿਹੜਾ ਮੈਸੇਜ ਆ ਉਹਨੂੰ ਹਟਾ ਦਿਓ। ਹੁਣ ਤੁਸੀਂ ਇਹ ਗੱਲ ਦੇਖੋ, ਤੁਸੀਂ ਪੰਜਾਬੀ, ਹਿੰਦੀ, ਅੰਗਰੇਜ਼ੀ ਸਾਰੀਆਂ ਭਾਸ਼ਾ ਸਮਝਦੇ ਆ, ਵਰਤਦੇ ਆ, ਬੋਲਦੇ ਆ। ਕਈ ਵਾਰ ਅਸੀਂ ਸ਼ਬਦ ਕਿਸੇ ਹੋਰ ਕੰਟੈਕਸਟ 'ਚ ਯੂਜ਼ ਕਰਦੇ ਆ। ਮੰਨ ਲਈਏ ਕੋਈ ਸ਼ਬਦ ਗਧਾ ਜਾਂ ਕੁੱਤਾ ਆ, ਅਸੀਂ ਉਹਨੂੰ ਕਿਸੇ ਹੋਰ ਭਾਸ਼ਾ 'ਚ ਕਿਸੇ ਹੋਰ ਕੰਟੈਕਸਟ ਦੇ ਵਿੱਚ ਯੂਜ਼ ਕਰਦੇ ਆ, ਉੱਥੇ ਉਹ ਰੈਲੇਵੈਂਟ ਆ। ਜ਼ਰੂਰੀ ਨਹੀਂ ਹੈ ਕਿ ਇਸ ਸ਼ਬਦ ਦੀ ਤੁਸੀਂ ਕਿਸੇ ਨੂੰ ਗਾਲ ਹੀ ਕੱਢੀ ਆ। ਸੋ ਜਿਹੜੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਉਹਨਾਂ ਦਾ ਮੁਲਾਂਕਣ, ਉਹਨਾਂ ਦੇ ਉੱਤੇ ਵਿਚਾਰ ਚਰਚਾ ਹੋਣੀ ਚਾਹੀਦੀ ਹੈ। ਇਹਦੇ ਲਈ ਕਾਨੂੰਨ ਜ਼ਰੂਰ ਬਣਨੇ ਚਾਹੀਦੇ ਨੇ। ਅਸੀਂ ਆਪ ਦੇਖਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਗੱਲਾਂ ਬੇਫਾਲਤੂ ਤੁਰੀਆਂ ਫਿਰਦੀਆਂ ਨੇ ਫੇਕ ਨਿਊਜ਼ ਨੂੰ ਲੈ ਕੇ। ਇਹਦੇ ਲਈ ਸਜਗ ਹੋਣਾ ਚਾਹੀਦਾ ਹੈ, ਪਰ ਕੀ ਸਰਕਾਰਾਂ ਫੇਕ ਨਿਊਜ਼ ਨੂੰ ਲੈ ਕੇ ਉਦੋਂ ਸਜਗ ਹੁੰਦੀਆਂ ਨੇ ਜਦੋਂ ਇਲੈਕਸ਼ਨ ਚੱਲਦੀਆਂ ਨੇ? ਸੋ ਇਹਨਾਂ ਦੀ ਜਿਹੜੀ ਨੀਤ ਦੇ ਵਿੱਚ ਫਰਕ ਹੈ, ਨੀਤੀ ਤੇ ਆਪੇ ਹੀ ਫਿਰ ਖਰਾਬ ਹੋ ਜਾਣੀ ਹੈ ਜੇ ਸਿਸਟਮ ਠੀਕ ਰੱਖਣ ਤੇ ਇਹਨਾਂ ਪਰ ਇੱਕ ਗੱਲ ਹੋ ਰਿਹਾ ਸਵਲੀਨ ਜੀ ਕਿ ਹੁਣ ਇਹਨਾਂ ਪਲੇਟਫਾਰਮਸ ਤੋਂ ਬਿਨਾ ਨਾ ਸਰਕਾਰ ਦਾ ਗੁਜ਼ਾਰਾ ਹੈ ਤੇ ਨਾ ਆਮ ਲੋਕਾਂ ਦਾ। ਅੱਜ ਸਰਕਾਰ ਵੀ ਜੇ ਕੋਈ ਰੂਲ ਪੇਸ਼ ਕਰਦੀ ਹੈ, ਜੇ ਕੋਈ ਦਫ਼ਤਰ ਤੋਂ ਦਫ਼ਤਰ ਨੂੰ ਸੁਨੇਹਾ ਆਉਂਦਾ ਤੇ ਉਹ ਸਾਰੇ ਦਾ ਸਾਰਾ WhatsApp ਤੇ ਹੀ ਆਉਂਦਾ। ਸੋ ਇਹਨਾਂ ਨੂੰ ਹੁਣ ਬੰਦ ਕਰਕੇ ਪਿੱਛਾ ਛੁਡਾ ਕੇ ਨਹੀਂ ਜਾਣ ਕਰ ਸਕਦੇ। ਸਿਸਟਮ ਨੂੰ ਸੁਧਾਰਨ ਦੀ ਲੋੜ ਹੈ। ਜੀ, ਮਾਹਿਰ ਮਹਿਮਾਨ ਦੇ ਨਾਲ ਹੋਰ ਮੁੱਦਿਆਂ ਤੇ ਵੀ ਚਰਚਾ ਕਰਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਪ੍ਰੋਗਰਾਮ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਅਗਲੇ ਮੁੱਦੇ ਵੱਲ ਰੁਖ ਕਰਦੇ ਹਾਂ। ਇਸ ਵੇਲੇ ਖੌਫਨਾਕ ਸਥਿਤੀ ਬਣੀ ਹੋਈ ਹੈ ਪੂਰੇ ਵਿਸ਼ਵ ਦੀ, ਭਾਰਤ ਦੀ ਕਰੋਨਾ ਕਰਕੇ। ਤੇ ਜੇਕਰ ਕੱਲੇ ਭਾਰਤ ਦੀ ਗੱਲ ਕਰਨੀ ਹੋਵੇ ਤੇ ਤਾਜ਼ਾ ਅੰਕੜੇ ਕੀ ਕਹਿੰਦੇ ਨੇ? ਸਵਲੀਨ ਜੀ, ਇਦਾਂ ਸਮਝ ਲਈਏ ਕਿ ਜਿਹੜੀ ਦੂਸਰੀ ਲਹਿਰ ਸੀ ਜਿਹਨੇ ਸਾਨੂੰ ਬਹੁਤ ਜ਼ਿਆਦਾ ਤੰਗ ਕੀਤਾ, ਮੌਤਾਂ ਦੀ ਗਿਣਤੀ ਵੀ ਬਹੁਤ ਹੋਈ ਤੇ ਅਸੀਂ ਨਦੀਆਂ 'ਚ ਲਾਸ਼ਾਂ ਤੈਰਦੀਆਂ ਵੀ ਦੇਖੀਆਂ ਤੇ ਰਾਜਨੀਤੀ ਵੀ ਅਸੀਂ ਉਹਦੇ ਤੇ ਰੱਜ ਕੇ ਹੁੰਦੀ ਦੇਖੀ। ਉਦੋਂ ਤੋਂ ਇੰਜ ਲੱਗਦਾ ਕਿ ਹੁਣ ਮੋੜਾ ਜਿਹੜਾ ਉਹ ਪੈ ਚੁੱਕਿਆ।
ਜਿਹੜੇ ਰੋਜ਼ ਦੇ ਰੋਜ਼ ਆਉਣ ਵਾਲੇ ਕੇਸ 4 ਲੱਖ ਤੋਂ ਟੱਪ ਗਏ ਸੀ ਤੇ ਡਰ ਲੱਗਦਾ ਸੀਗਾ ਕਿ ਸਾਰਾ ਹੀ ਮੁਲਕ ਨਾ ਕਿਤੇ ਇਹਦੀ ਚਪੇਟ 'ਚ ਆ ਜਾਏ, ਕਿਤੇ ਇਦਾਂ ਨਾ ਹੋਵੇ ਕਿ 100 ਕਰੋੜ ਦੇ 100 ਕਰੋੜ ਲੋਕਾਂ ਨੂੰ ਇਹ ਹੋ ਕੇ ਹਟੇ, ਜਿੱਦਾਂ ਡਾਕਟਰਸ ਪਹਿਲਾਂ ਕਹਿੰਦੇ ਸੀ ਕਿ ਇੱਕ ਵਾਰ ਇਹ ਵਾਇਰਸ ਦਾ ਅਸਰ ਸਾਰਿਆਂ ਤੇ ਹੋਣਾ ਹੈ, ਜਿਹੜੇ ਤਕੜੇ ਹੋਣਗੇ ਉਹ ਬਚ ਜਾਣਗੇ। ਪਹਿਲੀ ਲਹਿਰ 'ਚ ਲੱਗਿਆ ਵੀ ਇੰਝ ਹੀ ਸੀ। ਜਦੋਂ ਅਸੀਂ ਯੂਰਪ ਦੀਆਂ ਗੱਲਾਂ ਸੁਣਦੇ ਸੀ ਤੇ ਦੱਸਦੇ ਸੀਗੇ ਕਿ ਜਿਹੜੇ ਬਜ਼ੁਰਗ ਆ ਉਹ ਜ਼ਿਆਦਾ ਮਰ ਰਹੇ ਨੇ। ਬਹੁਤ ਸਾਰੀਆਂ ਜਿਹੜੀਆਂ ਅਸੀਂ ਹੋਰ ਵੀ ਘਟਨਾਵਾਂ ਇਹਦੇ ਨਾਲ ਜੁੜੀਆਂ ਹੋਈਆਂ ਦੇਖੀਆਂ। ਤੇ ਹੁਣ ਜੋ ਅਸੀਂ ਅੰਕੜਿਆਂ ਦੀ ਜਿੱਦਾਂ ਤੁਸੀਂ ਗੱਲ ਕੀਤੀ ਆ, ਤੇ ਇੰਜ ਲੱਗਦਾ ਕਿ ਅੰਕੜੇ ਜਿਹੜੇ ਆ ਅੱਧ ਤੋਂ ਨੇੜੇ ਘਟ ਗਏ ਨੇ। ਜੇ 4 ਲੱਖ ਪਲੱਸ ਸੀ ਰੋਜ਼ ਦੇ ਰੋਜ਼ ਕੇਸ, ਤੇ ਜਿਹੜੇ ਅੰਕੜੇ ਆ ਹੁਣ ਉਹ ਇਹ ਦੱਸਦੇ ਆ ਵੀ 1,80,000 ਜਾਂ 1,85,000 ਦੇ ਨੇੜੇ ਤੇੜੇ ਮਰੀਜ਼ ਪਿਛਲੇ 24 ਘੰਟਿਆਂ ਦੇ ਵਿੱਚ ਭਾਰਤ 'ਚ ਆਏ ਨੇ। ਪਰ ਉਹਦੇ ਨਾਲ ਦੀ ਨਾਲ ਜਿਹੜੀ ਦੂਸਰੀ ਖਬਰ ਆ ਉਹ ਹਾਲੇ ਬਹੁਤੀ ਸੁਖਾਵੀਂ ਨਹੀਂ। ਮੌਤਾਂ ਦੀ ਜਿਹੜੀ ਗਿਣਤੀ ਆ ਉਹ ਹਾਲੇ ਬਹੁਤੀ ਨਹੀਂ ਘਟੀ, ਘਟ ਜ਼ਰੂਰ ਗਈ ਆ, 4,000 ਤੋਂ ਪਲੱਸ ਸੀ, ਹੁਣ 3,000 ਤੋਂ ਪਲੱਸ ਆ, ਪਰ ਹਾਲੇ ਉਹਨਾਂ ਉਸ ਅਨੁਪਾਤ 'ਚ ਫਰਕ ਨਹੀਂ ਪਿਆ। ਕਿਉਂ ਜੋ 20 ਲੱਖ ਤੋਂ ਜ਼ਿਆਦਾ 23-24 ਲੱਖ ਦੇ ਨੇੜੇ ਤੇੜੇ ਹਾਲੇ ਵੀ ਐਕਟਿਵ ਮਾਮਲੇ ਭਾਰਤ ਦੇ ਵਿੱਚ ਹਨ, ਤੇ ਉਹਨਾਂ 'ਚ ਜਿਹੜੀ ਮੌਤ ਦਰ ਆ ਉਹ ਹਾਲੇ ਵੀ ਕਾਫੀ ਆ। ਇੱਕ ਗੱਲ ਇਹਦੇ 'ਚ ਮੈਂ ਫਿਰ ਦੱਸਣੀ ਚਾਹੁੰਦਾ ਕਿ ਰੋਜ਼ ਕਿਸੇ ਨਾ ਕਿਸੇ ਇੰਟਰਨੈਸ਼ਨਲ ਲੈਵਲ ਦੀ ਮੈਗਜ਼ੀਨ ਜਾਂ ਅਖਬਾਰ ਇਸ ਗੱਲ ਦੀ ਚਰਚਾ ਕਰਦਾ ਕਿ ਅੰਕੜੇ ਜਿਹੜੇ ਨੇ ਇਹ ਗਲਤ ਨੇ, ਝੂਠ ਨੇ, ਲੁਕੋਏ ਜਾ ਰਹੇ ਨੇ। ਇਕੱਲੇ ਭਾਰਤ ਦੀ ਹੀ ਨਹੀਂ, ਉਹ ਸਾਰੀ ਦੁਨੀਆ ਦੀ ਗੱਲ ਕਰਦੇ। ਇੱਕ ਅੰਕੜਿਆਂ ਦੇ ਇੱਕ ਖੇਲ ਦੇ ਵਿੱਚ ਇਹ ਵੀ ਕਿਤੇ ਦੱਸਿਆ ਗਿਆ ਸੀਗਾ ਕਿ ਜਿਹੜੇ ਅਫਰੀਕਨ ਕੰਟਰੀਜ਼ ਨੇ ਜਾਂ ਜਿਹੜੇ ਬਹੁਤ ਲੋ ਇਨਕਮ ਵਾਲੇ ਦੇਸ਼ ਨੇ, ਉੱਥੇ ਅੰਕੜੇ ਜਿਹੜੇ ਆ 14-15 ਗੁਣਾ ਝੂਠ ਨੇ। ਭਾਰਤ ਬਾਰੇ ਇਹ ਕਿਹਾ ਗਿਆ ਕਿ 2 ਤੋਂ ਜਾਂ 3 ਤੋਂ 5 ਗੁਣਾ ਤੱਕ ਝੂਠ ਨੇ। ਤੇ ਚੰਗੇ ਦੇਸ਼ਾਂ ਲਈ, ਅਮਰੀਕਾ ਵਰਗੇ ਦੇਸ਼ਾਂ ਲਈ ਇਹ ਵੀ ਕਿਹਾ ਗਿਆ ਕਿ ਉੱਥੇ 7 ਤੋਂ 10% ਤੱਕ ਝੂਠ ਨੇ। ਸੋ ਇਹ ਜੋ ਅੰਕੜੇ ਹੁਣ ਸਾਹਮਣੇ ਆ ਰਹੇ ਨੇ ਉਹਦੇ ਮੁਤਾਬਕ ਇਹ ਲੱਗਦਾ ਹੈ ਕਿ ਦੂਸਰੀ ਲਹਿਰ ਜਿਹੜੀ ਆ ਉਹ ਘਟ ਗਈ ਹੈ, ਤੇ ਮਾਹਰਾਂ ਦਾ ਕਹਿਣਾ ਹੈ ਕਿ ਜੂਨ ਦੇ ਆਉਂਦਿਆਂ ਆਉਂਦਿਆਂ ਹੋਰ ਘਟ ਜਾਏਗੀ ਤੇ ਅੱਧ ਜੂਨ ਤੱਕ ਇਹ ਜਿਹੜੀ ਆ ਸਥਿਤੀ ਬਹੁਤ ਸੁਧਰ ਜਾਏਗੀ। ਪਰ ਹਾਲੇ ਤੱਕ ਜੋ ਹਾਲਾਤ ਨੇ, ਅੱਜ ਦੇ ਅੰਕੜੇ ਨੇ, ਉਹ ਇਹ ਨੇ ਕਿ ਕਾਫੀ ਹਾਲਾਤ ਠੀਕ ਹੋ ਰਹੇ ਨੇ। ਤੁਸੀਂ ਕਹਿ ਰਹੇ ਕਿ ਕਰੋਨਾ ਕੇਸਿਸ ਨੂੰ ਮੋੜਾ ਪੈ ਗਿਆ, ਪਰ ਬਲੈਕ ਫੰਗਸ ਤੇ ਪੂਰੀ ਤਰ੍ਹਾਂ ਕਹਿਰਵਾਨ ਹੋ ਗਈ ਹੁਣ ਭਾਰਤ ਦੇ। ਬਿਲਕੁਲ ਜੀ, ਇਹ ਇੱਕ ਨਵੀਂ ਤਰ੍ਹਾਂ ਦੀ ਬਿਮਾਰੀ ਆ। ਮੈਂ ਇਹਨੂੰ ਇਦਾਂ ਵੀ ਕਹਿ ਸਕਦਾ, ਹਾਲਾਂਕਿ ਅਸੀਂ ਡਾਕਟਰੀ ਐਕਸਪਰਟ ਨਹੀਂ, ਪਰ ਇਦਾਂ ਲੱਗਦਾ ਕਿ ਇਹ ਕਰੋਨਾ ਦਾ ਹੀ ਇੱਕ ਸਾਈਡ ਇਫੈਕਟ ਹੈ ਕਿ ਜਿਹੜੇ ਮਰੀਜ਼ਾਂ ਨੂੰ ਕਰੋਨਾ ਹੁੰਦਾ ਹੈ ਉਹਨਾਂ ਦੇ ਵਿੱਚ ਹੀ ਸਾਰਿਆਂ ਦੇ ਵਿੱਚ ਇਹ ਜਿਹੜੀ ਬਲੈਕ ਫੰਗਸ ਆਈ ਹੈ। ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨਾਂ ਵੀ ਗਵਾਈਆਂ ਤੇ ਨਿਗਾਹ ਬਹੁਤ ਲੋਕਾਂ ਨੇ ਗਵਾਈ। ਅੱਜ ਵੀ ਇੱਕ ਮੈਂ ਅਖਬਾਰ ਦੀ ਸੁਰਖੀ ਪੜ੍ਹਦਾ ਸੀ ਕਿ 4 ਬੰਦਿਆਂ ਦੀਆਂ ਅੱਖਾਂ ਕੱਢਣੀਆਂ ਪਈਆਂ ਤਾਂ ਜੋ ਉਹਨਾਂ ਦੀ ਜ਼ਿੰਦਗੀ ਬਚ ਜਾਏ। ਤੇ ਬਲੈਕ ਫੰਗਸ ਦੀ ਜੋ ਤੁਸੀਂ ਗੱਲ ਕਰਦੇ ਆ, 10-11,000 ਤੋਂ ਜ਼ਿਆਦਾ ਪੇਸ਼ੈਂਟ ਭਾਰਤ ਵਿੱਚ ਹੁਣ ਤੱਕ ਇਹਦੇ ਆਏ ਆ। ਜਦੋਂ ਅਸੀਂ ਇਹਦਾ ਥੋੜਾ ਬਹੁਤ ਅਧਿਐਨ ਕੀਤਾ ਜਾਂ ਖਬਰਾਂ ਸੁਰਖੀਆਂ ਪੜ੍ਹੀਆਂ, ਤੇ ਸਵਲੀਨ ਜੀ ਦੱਸਦੇ ਆ ਕਿ ਇਹਦੇ ਕਾਰਨ ਫਿਰ ਉਹੀ ਕਰੋਨਾ ਵਾਲੇ ਨੇ ਕਿ ਜਿਹੜੇ ਲੋਕਾਂ ਨੂੰ ਕੁਝ ਹੋਰ ਬਿਮਾਰੀਆਂ ਸੀ, ਡਾਇਬਟਿਕ ਸੀ ਜਾਂ ਜਿਨ੍ਹਾਂ ਦੀਆਂ ਕੁਝ ਹੋਰ ਸਮੱਸਿਆਵਾਂ ਸੀ, ਉਹਨਾਂ ਨੂੰ ਇਹਦਾ ਅਟੈਕ ਅਸਰ ਜਿਹੜਾ ਇਹਦੇ ਤੇ ਹੋਇਆ, ਬਲੈਕ ਫੰਗਸ ਦਾ ਅਟੈਕ ਹੋਇਆ। ਜਾਂ ਫਿਰ ਕਈ ਜਗ੍ਹਾ ਤੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜਿਹੜੀ ਆਕਸੀਜਨ ਕਮਰਸ਼ੀਅਲ ਅਸੀਂ ਵਰਤੀ, ਇੰਡਸਟਰੀਅਲ ਆਕਸੀਜਨ ਜਿਹੜੀ ਅਸੀਂ ਵਰਤੀ, ਉਹਦੇ ਸਿਲੰਡਰਾਂ ਦੀ ਵਿੱਚ ਉਸ ਜਿਹੜੀ ਆਕਸੀਜਨ ਹੈ ਉਹਦੇ 'ਚ ਕੁਝ ਹੋਰ ਧਾਤਾਂ ਦੀ ਜਾਂ ਕੁਝ ਹੋਰ ਤੱਤਾਂ ਦੀ ਸਪਲਾਈ ਵੱਧ ਹੁੰਦੀ ਆ, ਤੇ ਉਹਦੇ ਕਰਕੇ ਵੀ ਇਹ ਗੱਲ ਸਾਹਮਣੇ ਆਈ। ਤੇ ਫੰਗਸ, ਹਾਲਾਂਕਿ ਬਲੈਕ ਫੰਗਸ ਕੋਈ ਨਵੀਂ ਬਿਮਾਰੀ ਨਹੀਂ ਹੈ, ਪਰ ਕਰੋਨਾ ਦੇ ਮਰੀਜ਼ਾਂ ਦੇ ਵਿੱਚ ਉਹਦਾ ਵੱਧ ਤੌਰ ਤੇ ਪਾਇਆ ਜਾਣਾ ਸਾਡੇ ਲਈ ਇੱਕ ਨਵੀਂ ਗੱਲ ਸੀ। ਸ਼ਰਮਾ ਜੀ, ਜੇ ਗੱਲ ਪੰਜਾਬ ਦੀ ਕਰ ਲਈਏ ਤੇ ਪੰਜਾਬ ਸਰਕਾਰ ਨੇ ਮਿੰਨੀ ਲਾਕਡਾਊਨ ਨੂੰ ਲੈ ਕੇ ਕਿਹੜੀਆਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਨੇ? ਦੇਖੋ, ਜਿਸ ਦਿਨ ਇਹ ਬਿਮਾਰੀ ਆਈ ਸੀ ਉਸ ਦਿਨ ਕਿਸੇ ਨੂੰ ਨਹੀਂ ਸੀ ਪਤਾ ਕਿ ਹੋਣਾ ਕੀ ਆ ਤੇ ਕਰਨਾ ਕੀ ਆ। ਤੇ ਸਭ ਤੋਂ ਪਹਿਲ ਦੇ ਆਧਾਰ ਤੇ ਜਿੱਦਾਂ ਚੀਨ ਦੇ ਵਿੱਚ ਜੋ ਹੋਇਆ ਸੀ ਤੇ ਜੋ ਯੂਰਪ ਦੇ ਵਿੱਚ ਸ਼ੁਰੂ ਹੋਇਆ ਸੀ, ਜੋ ਭਾਰਤ ਦੇਸ਼ ਦੀ ਦੁਨੀਆ ਦੀਆਂ ਬਾਕੀ ਦੇਸ਼ਾਂ 'ਚ ਹੋਇਆ ਸੀ, ਉਹਨੂੰ ਦੇਖਦਿਆਂ ਭਾਰਤ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਵੀ ਇੱਕ ਲਾਕਡਾਊਨ ਦੀ ਸਥਿਤੀ ਬਣਾਈ ਸੀ। ਤੇ ਸਾਡੇ ਲਈ ਉਹ ਇੱਕ ਨਵਾਂ ਸ਼ਬਦ ਸੀ। ਕਰਫਿਊ ਅਸੀਂ ਉਦੋਂ ਸੁਣਿਆ ਸੀ ਜਦੋਂ 80s ਤੋਂ ਜਾਂ 90s ਤੋਂ ਪਹਿਲਾਂ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਸੀ ਤੇ ਕਰਫਿਊ ਲੱਗ ਜਾਂਦਾ ਸੀ। ਕੋਈ ਜਥੇਬੰਦੀ ਐਲਾਨ ਕਰ ਦਿੰਦੀ ਸੀ ਜਾਂ ਸਰਕਾਰ ਕਰ ਦਿੰਦੀ ਸੀ ਜਾਂ ਸਰਕਾਰ ਦਾ ਕਿਸੇ ਜਥੇਬੰਦੀ ਨਾਲ ਵਿਰੋਧ ਹੁੰਦਾ ਸੀ ਤੇ ਕਰਫਿਊ ਅਸੀਂ ਸੁਣਦੇ ਸੀ। ਪਰ ਇਸ ਤਰੀਕੇ ਦਾ ਲਾਕਡਾਊਨ ਕਿ ਤੁਸੀਂ ਕਿਤੇ ਜਾਣਾ ਨਹੀਂ ਹੈ, ਤੁਹਾਡੀ ਜਾਨ ਮਾਲ ਨੂੰ ਖਤਰਾ ਕੋਈ ਨਹੀਂ ਸੀ, ਪਰ ਇੱਕ ਬਿਮਾਰੀ ਦੇ ਡਰ ਤੋਂ ਸਾਰੀ ਦੁਨੀਆ ਨੂੰ ਘਰੋਂ ਘਰੀ ਡੱਕ ਦਿੱਤਾ ਗਿਆ। ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਉੱਡਦੇ ਜਹਾਜ਼ ਜਿਹੜੇ ਸੀ ਉਹ ਥੰਮ ਗਏ ਸੀ। ਹੁਣ ਹਾਲਾਤ ਇੱਥੇ ਪਹੁੰਚਿਆ ਕਿ ਸਾਡੇ ਕੋਲ ਵੈਕਸੀਨ ਭਾਵੇਂ ਆ ਗਈ ਆ, ਪਰ ਭਾਰਤ ਦੀ ਆਬਾਦੀ ਦੇ ਵੱਧ ਹੋਣ ਨਾਲ ਤੇ ਵੈਕਸੀਨ ਦੀ ਪ੍ਰੋਡਕਸ਼ਨ ਜਿਹੜੀ ਉਹਦਾ ਉਸ ਅਨੁਪਾਤ ਵਿੱਚ ਇੰਨੀ ਸਪੀਡ ਨਾਲ ਨਾ ਹੋਣ ਕਰਕੇ ਹਾਲੇ ਵੀ ਸਾਨੂੰ ਲਾਕਡਾਊਨ ਦੀ ਸਥਿਤੀ ਦੇ ਵਿੱਚ ਰਹਿਣਾ ਪੈ ਰਿਹਾ। ਤੇ ਕੱਲ ਦੀ ਇੱਕ ਖਬਰ ਸੀ ਕਿ ਹਾਲੇ ਤੱਕ ਪੰਜਾਬ ਦੇ ਵਿੱਚ ਕੋਈ 15-16% ਲੋਕਾਂ ਨੂੰ ਹੀ ਜਿਹੜੀ ਵੈਕਸੀਨ ਆ ਉਹ ਲੱਗੀ ਆ। ਅਸੀਂ ਬਹੁਤ ਦਿਨਾਂ ਤੋਂ ਇਹ ਸਰਕਾਰਾਂ ਦਾ ਸਰਕਾਰ ਨਾਲ ਰੇੜਕਾ, ਰਾਜਾਂ ਦੀਆਂ ਸਰਕਾਰਾਂ ਦਾ ਕੇਂਦਰ ਸਰਕਾਰ ਨਾਲ ਰੇੜਕਾ ਦੇਖਦੇ ਹਾਂ। ਉਹ ਕਹਿੰਦੇ ਸਾਡੇ ਕੋਲ ਹੈ ਨਹੀਂ, ਉਹ ਕਹਿੰਦੇ ਅਸੀਂ ਦੇਤੀਆਂ, ਉਹ ਕਹਿੰਦੇ ਤੁਸੀਂ ਸਿੱਧੀ ਪਤਾ ਕਰ ਲਓ, ਕੰਪਨੀ ਕਹਿੰਦੀ ਅਸੀਂ ਨਹੀਂ ਦੇਣੀਆਂ। ਤੇ ਸੰਬਿਤ ਪਾਤਰਾ ਕਹਿੰਦਾ ਕਿ ਦਿੱਲੀ ਸਰਕਾਰ ਨੇ ਟੀਕਾ ਖਰੀਦਿਆ ਹੀ ਕੋਈ ਨਹੀਂ, ਸਾਰੇ ਕੇਂਦਰ ਨੇ ਦਿੱਤੇ ਆ। ਤੇ ਸਿਸੋਦੀਆ ਜੀ ਕਹਿੰਦੇ ਆ ਕਿ ਕੇਂਦਰ ਸਾਡੇ ਨਾਲ ਵਿਤਕਰਾ ਕਰਦਾ। ਸੋ ਰਾਜਨੀਤੀ ਇੱਥੇ ਜ਼ਰੂਰ ਭਾਰੂ ਆ। ਤੇ ਲਾਕਡਾਊਨ ਜਿਹੜਾ ਪੰਜਾਬ ਸਰਕਾਰ ਨੇ ਵਧਾਇਆ, ਉਹ 10 ਜੂਨ ਤੱਕ ਉਹਨਾਂ ਨੇ ਉਸੇ ਲਾਕਡਾਊਨ ਦੀ ਸਥਿਤੀ ਨੂੰ ਫਿਰ ਵਧਾ ਦਿੱਤਾ ਹੈ। ਕੋਈ ਚੇਂਜ ਨਹੀਂ ਕੀਤਾ। ਚੇਂਜ ਉਹਦੇ 'ਚ 2-3 ਗੱਲਾਂ ਚੇਂਜ ਕੀਤੀਆਂ। ਇੱਕ ਤੇ ਉਹਨਾਂ ਨੇ ਕਿਹਾ ਕਿ
ਜਿਹੜੀ ਤੁਹਾਡੀ ਪਰਸਨਲ ਕਾਰ ਆ ਉਹਦੇ ਵਿੱਚ ਤੁਸੀਂ ਹੁਣ 2 ਤੋਂ ਵੱਧ ਲੋਕ ਵੀ ਬੈਠ ਸਕਦੇ ਹੋ। ਹੋਰ ਕੋਈ ਚੇਂਜਸ ਨਹੀਂ ਹਾਲੇ ਤੱਕ ਕੀਤੀਆਂ। ਤੇ ਇੱਕ ਗੱਲ ਅਸੀਂ ਹੋਰ ਪਹਿਲਾਂ ਵੀ ਵਿਚਾਰੀ ਆ ਸਵਲੀਨ ਜੀ, ਕਿ ਪਹਿਲਾਂ ਭਾਰਤ ਸਰਕਾਰ ਨਿਰਦੇਸ਼ ਦਿੰਦੀ ਸੀ ਤੇ ਇਸ ਵਾਰ ਉਹਨਾਂ ਨੇ ਭਾਰਤ ਸਰਕਾਰ ਨੇ ਸਟੇਟਾਂ ਨੂੰ ਕਹਿਤਾ ਕਿ ਤੁਸੀਂ ਆਪਦੇ ਲੈਵਲ ਤੇ ਪ੍ਰਬੰਧ ਕਰ ਲਓ, ਤੇ ਸਟੇਟਾਂ ਨੇ ਅੱਗੇੋਂ ਡੀਸੀਜ਼ ਨੂੰ ਕਹਿਤਾ। ਹੁਣ ਅਸੀਂ ਦੇਖਦੇ ਹਾਂ ਜਲੰਧਰ ਦੇ ਵਿੱਚ ਟਾਈਮਿੰਗ ਹੋ ਰਿਹਾ, ਹੁਸ਼ਿਆਰਪੁਰ ਦੇ ਵਿੱਚ ਹੋ ਰਿਹਾ ਤੇ ਲੁਧਿਆਣੇ ਦੇ ਵਿੱਚ ਹੋ ਰਿਹਾ। ਸੋ ਹੋ ਸਕਦਾ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਚੇਂਜਸ ਡੀਸੀ ਆਪਣੇ ਲੈਵਲ ਤੇ ਕਰਨ, ਪਰ ਹਾਲ ਦੀ ਘੜੀ ਕਹਾਣੀ ਇਹ ਆ ਕਿ 10 ਜੂਨ ਤੱਕ ਜਿਹੜਾ ਮਿਨੀ ਲਾਕਡਾਊਨ ਹੈ ਉਹ ਜਾਰੀ ਰਹੇਗਾ, ਜਿਹੜਾ ਪਹਿਲਾਂ ਮਈ ਦੇ ਅਖੀਰਲੀ ਤਰੀਕ ਤੱਕ ਸੀ। ਤੇ ਉਹਦੇ ਵਿੱਚ ਚੇਂਜ ਇਹੀ ਆ ਕਿ ਤੁਸੀਂ ਆਪਣੀ ਗੱਡੀ ਦੇ ਵਿੱਚ 1-2 ਤੋਂ ਵੱਧ ਲੋਕ ਵੀ ਬੈਠ ਕੇ ਜਾ ਸਕਦੇ। ਜੀ ਸ਼ਰਮਾ ਜੀ, ਪੰਜਾਬ ਸਰਕਾਰ ਨੇ ਟੀਕਾਕਰਨ ਪਾਲਿਸੀ 'ਚ ਕੀ ਚੇਂਜ ਕੀਤਾ? ਦੇਖੋ, ਪਹਿਲਾਂ ਇਹਨਾਂ ਨੇ ਕਿਹਾ ਸੀਗਾ ਕਿ 65 ਸਾਲ ਤੋਂ ਉੱਪਰ ਦੇ ਲੋਕਾਂ ਦੇ ਹੀ ਟੀਕੇ ਲੱਗਣੇ ਆ। ਬਾਅਦ ਵਿੱਚ ਉਹ ਜਿਹੜੀ ਉਮਰ ਸੀ ਉਹ 45 ਸਾਲ ਕੀਤੀ ਗਈ। ਫਿਰ ਕਿਹਾ ਗਿਆ ਕਿ 18 ਤੋਂ 45 ਵਾਲਿਆਂ ਦੇ ਵੀ ਟੀਕੇ ਲੱਗਣੇ ਆ। ਤੇ ਫਿਰ ਜਦੋਂ 18 ਤੋਂ 45 ਲਈ ਬਹੁਤ ਰਸ਼ ਪਿਆ ਤੇ ਫਿਰ ਇਹ ਕਿਹਾ ਗਿਆ ਕਿ 18 ਤੋਂ 45 ਦੇ ਸਿਰਫ ਲੇਬਰ ਕਲਾਸ ਦੇ ਹੀ ਲੱਗਣੇ ਆ। ਹੁਣ ਕਿਹਾ ਜਾ ਰਿਹਾ ਕਿ 1 ਜੂਨ ਤੋਂ ਬਾਅਦ ਉਹਦੇ ਵਿੱਚ ਬਹੁਤ ਸਾਰੇ ਹੋਰ ਲੋਕ ਸ਼ਾਮਲ ਕਰ ਲਏ ਜਾਣਗੇ, ਜਿਵੇਂ ਕਿ ਟਰਾਂਸਪੋਰਟ ਵਿਭਾਗ ਦੇ ਮੁਲਾਜ਼ਮ, ਬੱਸਾਂ ਦੇ ਡਰਾਈਵਰ, ਕੰਡਕਟਰ, ਟੈਕਸੀਆਂ ਚਲਾਉਣ ਵਾਲੇ, ਹੋਟਲਾਂ ਦੇ ਢਾਬਿਆਂ ਦੇ ਮੁਲਾਜ਼ਮ ਤੇ ਆਮ ਲੋਕ ਵੀ ਜਿਹੜੇ ਉਹਦੇ 'ਚ ਸ਼ਾਮਲ ਕਰਨ ਦੀ ਜਿਹੜੇ ਰੋਜ਼ ਘਰਾਂ ਤੋਂ ਬਾਹਰ ਨਿਕਲਦੇ ਨੇ। ਜੀ 1 ਜੂਨ ਤੋਂ ਬਾਅਦ ਉਹਨਾਂ ਨੇ ਕਿਹਾ ਹੈ। ਪਰ ਇਹ ਲੱਗਦਾ ਕਿ ਦੇਖੋ, ਜੇ ਟੀਕਿਆਂ ਦੀ ਸਪਲਾਈ ਆਉਂਦੀ ਰਹੇਗੀ ਤਾਂ ਫੇਰ ਹੀ ਆ। ਜਿੱਦਾਂ ਕਿ ਨੀਤੀ ਆਯੋਗ ਦੀ ਇੱਕ ਬੈਠਕ ਸੀ ਭਾਰਤ ਸਰਕਾਰ ਨਾਲ, ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਅਫਵਾਹਾਂ ਤੋਂ ਬਚਣਾ ਚਾਹੀਦਾ ਤੇ ਜੋ ਸਰਕਾਰ ਵਿਰੋਧੀ ਤੱਤ ਨੇ ਉਹ ਅਫਵਾਹਾਂ ਬਹੁਤ ਫੈਲਾ ਰਹੇ ਨੇ ਤੇ ਬਹੁਤ ਸਾਰੀਆਂ ਝੂਠੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ। ਨੀਤੀ ਆਯੋਗ ਨੇ 10 ਕੁ ਦਿਨ ਪਹਿਲਾਂ ਵਾਲੀ ਆਪਣੀ ਗੱਲ ਦੁਹਰਾਈ ਆ ਕਿ ਦਸੰਬਰ ਤੱਕ ਅਸੀਂ 200 ਕਰੋੜ ਯਾਨੀ ਕਿ 2 ਅਰਬ ਜਿਹੜੀਆਂ ਟੀਕੇ ਆ ਉਹ ਬਣਾ ਲਾਂਗੇ ਤੇ ਸਾਰੇ ਭਾਰਤ ਦੇ ਲੋਕਾਂ ਨੂੰ ਅਸੀਂ ਦਸੰਬਰ ਦੇ ਤੱਕ ਟੀਕੇ ਜਿਹੜੇ ਆ ਉਹ ਲਾ ਦੇਵਾਂਗੇ। ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਕਿ ਭਾਰਤ ਬਾਇਓਟੈਕ ਜਿਹੜੀ ਕੰਪਨੀ ਆ ਉਹ ਹੁਣ 1 ਅਕਤੂਬਰ ਤੋਂ 4 ਕਰੋੜ ਟੀਕਾ ਬਣਾਉਣਾ ਸ਼ੁਰੂ ਕਰ ਦੂਗੀ। ਫਿਰ ਕਿਸੇ ਹੋਰ ਕੰਪਨੀ ਨਾਲ 10 ਕਰੋੜ ਦੀ ਗੱਲ ਹੋ ਰਹੀ ਹੈ ਤੇ ਬਾਹਰਲੀਆਂ ਕੰਪਨੀਆਂ ਤੋਂ ਵੀ ਟੀਕੇ ਜਿੱਦਾਂ ਆਉਣਗੇ, ਪ੍ਰੋਡਕਸ਼ਨ ਵਧੂਗੀ। ਤੇ ਸਰਕਾਰ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਇਸ ਸਾਲ ਦੇ ਅੰਦਰ ਅੰਦਰ ਅਸੀਂ ਸਾਰਿਆਂ ਨੂੰ ਜਿਹੜਾ ਟੀਕਾਕਰਨ ਉਹ ਕਰ ਦਿਆਂਗੇ। ਜੀ ਸ਼ਰਮਾ ਜੀ, ਕਰੋਨਾ ਨਾਲ ਜੁੜੀ ਹੋਈ ਗੱਲ ਹੈ, ਜਿਵੇਂ ਵਿਦਿਆਰਥੀਆਂ ਨੂੰ ਇਹਨਾਂ ਨੇ ਘਰਾਂ 'ਚ ਬਿਠਾਇਆ ਹੋਇਆ, ਪੰਜਾਬ ਸਰਕਾਰ ਨੇ ਤਾਂ ਪ੍ਰਮੋਟ ਕਰਤੇ ਨੇ, ਪਰ ਸੀਬੀਐਸਈ ਪ੍ਰੀਖਿਆਵਾਂ ਨੂੰ ਲੈ ਕੇ ਅਜੇ ਵੀ ਰੇੜਕਾ ਬਰਕਰਾਰ ਹੈ। ਸਵਲੀਨ ਜੀ, ਜਿਹੜੇ ਪੰਜਾਬ ਸਰਕਾਰ ਨੇ ਵੀ ਪ੍ਰਮੋਟ ਕੀਤੇ ਉਹ 10ਵੀਂ ਤੱਕ ਦੇ ਕੀਤੇ ਆ। ਜਿਹੜਾ ਰੇੜਕਾ ਆ ਉਹ 12ਵੀਂ ਦੇ ਵਿਦਿਆਰਥੀਆਂ ਦਾ ਆ, ਕਿਉਂਕਿ ਜਿਹੜੀ ਭਾਰਤ ਦੀ ਸਿੱਖਿਆ ਪ੍ਰਣਾਲੀ ਆ 10+2+3 ਆ। 10ਵੀਂ ਤੱਕ ਹਾਈ ਸਕੂਲ ਹੈ, ਉਸ ਤੋਂ ਬਾਅਦ ਫਿਰ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਹੈ, ਉਸ ਤੋਂ ਬਾਅਦ 3 ਸਾਲ ਦੀ ਡਿਗਰੀ ਹੈ ਤੇ ਉਸ ਤੋਂ ਬਾਅਦ ਹੀ ਬੰਦੇ ਨੂੰ ਸਨਾਤਕ ਮੰਨਦੇ। ਫਿਰ ਉਹਨੇ ਅੱਗੇ ਉਚੇਰੀ ਪੜ੍ਹਾਈ ਲਈ ਫਿਰ ਯੂਨੀਵਰਸਿਟੀ ਜਾਂ ਹੋਰ ਤਰੀਕੇ ਨਾਲ ਜਾਣਾ ਹੁੰਦਾ। ਉੱਥੇ ਹੁਣ +2 ਜਿਹੜਾ ਆ ਉਹ ਬਹੁਤ ਅਹਿਮ ਆ, ਕਿਉਂਕਿ ਸਕੂਲ ਖਤਮ ਹੋ ਕੇ ਉਹਦੇ ਜਿਹੜੇ ਜੋ ਉਹਦੇ ਨੰਬਰ ਬਣਦੇ ਆ, ਜੋ ਉਹਦਾ ਗ੍ਰੇਡ ਬਣਦਾ, ਉਹਦੇ ਆਧਾਰ ਤੇ ਉਹਨੇ ਅਗਲੇ ਟੈਸਟ ਦੇਣੇ ਆ, ਪ੍ਰੀਖਿਆਵਾਂ ਦੇ ਵਿੱਚ ਬੈਠਣਾ ਹੈ, ਕੰਪੀਟੀਸ਼ਨ ਐਗਜ਼ਾਮ ਜਾਣਾ ਹੈ ਤੇ ਉਹਦੇ ਨਾਲ ਹੀ ਉਹਨੂੰ ਜਿਹੜੀ ਆ ਕਿਸੇ ਚੰਗੇ ਕਾਲਜ ਦੇ ਵਿੱਚ ਐਡਮਿਸ਼ਨ ਮਿਲਣੀ। ਇਸ ਕਰਕੇ ਉਹਦੇ ਤੇ ਬਹੁਤ ਦਿਨਾਂ ਤੋਂ ਵਿਚਾਰ ਵਟਾਂਦਰਾ ਜਿਹੜਾ ਚੱਲ ਰਿਹਾ। ਪੋਖਰਿਆਲ ਨਿਸ਼ੰਕ ਜਿਹੜੇ ਸਾਡੇ ਸਿੱਖਿਆ ਮੰਤਰੀ ਨੇ ਭਾਰਤ ਦੇ, HR ਮਿਨਿਸਟਰ ਵੀ ਕਹਿੰਦੇ ਨੇ ਉਹਨਾਂ ਲਈ ਬਹੁਤ ਦਿਨਾਂ ਤੋਂ ਮੀਟਿੰਗ ਚੱਲ ਰਹੀ ਆ ਸਾਰੇ ਦੇਸ਼ ਦੇ ਸਿੱਖਿਆ ਮੰਤਰੀਆਂ ਨਾਲ ਵੀ ਤੇ ਸਿੱਖਿਆ ਸਕੱਤਰਾਂ ਨਾਲ ਵੀ ਤੇ ਮੁੱਖ ਮੰਤਰੀਆਂ ਨਾਲ ਵੀ। ਬਹੁਤ ਸਾਰੇ ਸਟੇਟ ਇਸ ਗੱਲ ਦੇ ਵਿੱਚ ਰਾਜੀ ਆ ਕਿ ਐਗਜ਼ਾਮ ਹੋਣੇ ਚਾਹੀਦੇ ਆ, ਉੱਦਾਂ ਪ੍ਰਮੋਟ ਨਹੀਂ ਬੱਚੇ ਕਰਨੇ ਚਾਹੀਦੇ। CBSE ਵੀ ਇਹੀ ਚਾਹੁੰਦਾ ਸੀ। ਪਰ ਗੱਲ ਇਹ ਆ ਕਿ ਕੁਝ ਸਟੇਟ ਇਸ ਗੱਲ ਤੇ ਅੜੇ ਹੋਏ ਨੇ, ਜਿਨ੍ਹਾਂ 'ਚ ਪੰਜਾਬ ਵੀ ਸ਼ਾਮਲ ਆ, ਕਿ ਉਹਨਾਂ ਦੇ ਬੱਚਿਆਂ ਦੇ ਐਗਜ਼ਾਮ ਲੈਣ ਤੋਂ ਪਹਿਲਾਂ ਉਹਨਾਂ ਵਿਦਿਆਰਥੀਆਂ ਨੂੰ ਐਗਜ਼ਾਮ ਦੇ ਵਿੱਚ ਬੈਠਣ ਤੋਂ ਪਹਿਲਾਂ ਟੀਕਾਕਰਨ ਉਹਨਾਂ ਦਾ ਕਰਵਾ ਲਿਆ ਜਾਵੇ। ਤੇ ਗੱਲ ਠੀਕ ਵੀ ਲੱਗਦੀ ਹੈ, ਪਰ ਹਾਲੇ ਉਹਦੇ ਤੇ ਮਸਲਾ ਬਣਿਆ ਹੋਇਆ, ਹਾਲੇ ਉਹਦੇ ਤੇ ਕੋਈ ਹੱਲ ਨਿਕਲਿਆ ਨਹੀਂ। ਪਰ ਮੈਨੂੰ ਇਹ ਸਲਾਹ ਠੀਕ ਲੱਗਦੀ ਆ ਕਿ ਪਹਿਲਾਂ ਜਿਹੜਾ ਟੀਕਾਕਰਨ ਹੋ ਜਾਵੇ। CBSE ਨੇ 2 ਤਰੀਕੇ ਦੱਸੇ ਸੀ ਕਿ ਜਾਂ ਤਾਂ CBSE ਜਿੱਦਾਂ ਪਹਿਲਾਂ ਐਗਜ਼ਾਮ ਲੈਂਦੀ ਸੀ ਬਿਲਕੁਲ ਉਦਾਂ ਹੀ ਲਵੇ, ਜਾਂ ਫਿਰ ਸਕੂਲ ਆਪਣੇ ਲੈਵਲ ਤੇ ਐਗਜ਼ਾਮ ਲੈ ਲੈਣ। ਤਾਂ ਉਹ ਕਿਵੇਂ ਹੁੰਦਾ ਹੈ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ। ਪਰ ਜੇ ਟੀਕਾਕਰਨ ਕਰਵਾ ਲਿਆ ਜਾਵੇ, ਕਿਉਂਕਿ ਐਗਜ਼ਾਮ ਲੇਟ ਤੇ ਪਹਿਲਾਂ ਹੀ ਹੋ ਚੁੱਕੇ ਨੇ ਤੇ ਕੁਝ ਲੱਖ ਜਾਂ ਕੁਝ ਕੁ ਲੱਖ ਦੀ ਗਿਣਤੀ 'ਚ ਸਟੂਡੈਂਟ ਹੋਣਗੇ, ਜੇ ਇਹਨਾਂ ਦੇ ਟੀਕਾਕਰਨ ਪਹਿਲਾਂ ਕਰਵਾ ਲਿਆ ਜਾਵੇ, 2-4-10 ਦਿਨ ਹੋਰ ਅੱਗੇ ਪਿੱਛੇ ਹੋ ਜਾਵੇ ਤੇ ਜੇ ਇਦਾਂ ਹੋ ਜਾਏ ਤੇ ਉਹ ਚੰਗੀ ਗੱਲ ਹੈ। ਬਿਲਕੁਲ, ਗੱਲਬਾਤ ਦਾ ਦੌਰ ਇਸੇ ਤਰ੍ਹਾਂ ਜਾਰੀ ਰੱਖਾਂਗੇ, ਪਰ ਇਸ ਵੇਲੇ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਦੇ ਅਖੀਰਲੇ ਹਿੱਸੇ ਵਿੱਚ ਵਿਚਾਰ ਚਰਚਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਸ਼ਰਮਾ ਜੀ, ਮੈਂ ਪੁਲ ਡਿੱਗਦੇ ਬੜੇ ਸੁਣੇ ਅੱਜ ਤੱਕ, ਪਰ ਹੁਣ ਮੈਂ ਸੁਣਿਆ ਰੇਲਵੇ ਸਟੇਸ਼ਨ ਡਿੱਗ ਗਿਆ। ਬਿਲਕੁਲ ਜੀ, ਬਿਲਕੁਲ। ਤੁਸੀਂ ਪੁਲ ਡਿੱਗਦੇ ਸੁਣੇ ਆ, ਇੱਥੇ ਬੰਦੇ ਬਹੁਤ ਡਿੱਗਦੇ ਆ। ਕੋਈ ਗੱਲ ਸੁਣਾ ਰਿਹਾ ਸੀ ਕਿ ਵਿੰਸਟਨ ਚਰਚਲ ਇੱਕ ਇਹੋ ਜਿਹਾ ਪ੍ਰਧਾਨ ਮੰਤਰੀ ਸੀ ਜਿਹੜਾ ਪਤਾ ਨਹੀਂ ਕਿੰਨੀ ਕੁ ਵਾਰ ਡਿੱਗਿਆ ਸੀ। ਕਦੀ ਰੇਲਵੇ ਸਟੇਸ਼ਨ ਤੋਂ ਡਿੱਗ ਗਿਆ, ਕਦੀ ਆਪਣੇ ਘਰੋਂ ਡਿੱਗ ਗਿਆ, ਕਦੀ ਬਾਲਕੋਨੀ 'ਚ ਡਿੱਗ ਗਿਆ, ਕਦੀ ਸੜਕ ਤੇ ਡਿੱਗ ਗਿਆ, ਕਦੀ ਕੁਰਸੀ ਤੋਂ ਡਿੱਗ ਗਿਆ। ਤੇ ਹੁਣ ਤੁਸੀਂ ਗੱਲ ਕੀਤੀ ਹੈ ਇੱਕ ਪੁਲ ਡਿੱਗਣ ਦੀ। ਜਿਹੜੀ ਰੇਲਵੇ ਲਾਈਨ ਬੰਬੇ ਤੋਂ ਦਿੱਲੀ ਆਉਂਦੀ ਆ ਮੱਧ ਪ੍ਰਦੇਸ਼ ਦੇ ਵਿੱਚ ਬੁਰਹਾਨਪੁਰ ਜ਼ਿਲ੍ਹੇ ਦੇ ਵਿੱਚ ਇੱਕ ਛੋਟਾ ਜਿਹਾ ਸਟੇਸ਼ਨ ਚਾਂਦਨੀ ਆ ਤੇ ਛੋਟਾ ਸਟੇਸ਼ਨ ਆ ਤੇ ਹਾਈ ਸਪੀਡ ਦੀਆਂ ਟ੍ਰੇਨਸ ਆ, ਕਿਉਂਕਿ ਦਿੱਲੀ ਤੋਂ ਬੰਬੇ ਬਹੁਤ ਮੇਨ ਜਿਹੜੀ ਲਾਈਨ ਆ, ਉੱਥੇ ਟ੍ਰੇਨਸ ਜਿਹੜੀਆਂ ਬਹੁਤ ਜ਼ਿਆਦਾ ਲੰਘਦੀਆਂ ਤੇ ਪਰ ਬਹੁਤ ਘੱਟ ਟ੍ਰੇਨਸ ਰੁਕਦੀਆਂ। ਕੱਲ ਉੱਥੋਂ ਪੁਸ਼ਪਕ ਟ੍ਰੇਨ ਲੰਘੀ, ਉਹਦੀ ਸਪੀਡ 100 ਤੋਂ ਜ਼ਿਆਦਾ ਸੀ
ਤੇ ਜਦੋਂ ਉਹ ਟ੍ਰੇਨ ਲੰਘੀ ਤੇ ਉਹ ਤੋਂ ਲੰਘਣ ਤੋਂ ਬਾਅਦ ਥੋੜੀ ਦੇਰ ਬਾਅਦ ਉਹ ਬਿਲਡਿੰਗ ਜਿਹੜੀ ਸੀ ਉਹ ਹਿੱਲਣੀ ਸ਼ੁਰੂ ਹੋ ਗਈ ਤੇ ਆਖਰ ਉਹ ਸਾਰੀ ਸਟੇਸ਼ਨ ਦੀ ਬਿਲਡਿੰਗ ਸੀ ਉਹ ਡਿੱਗ ਗਈ। ਬਚਾਅ ਇਸ ਗੱਲ ਦਾ ਰਿਹਾ ਕਿ ਉੱਥੇ ਮਰਿਆ ਕੋਈ ਨਹੀਂ, ਹਤਾਹਤ ਕੋਈ ਨਹੀਂ ਹੋਇਆ, ਨੁਕਸਾਨ ਕਿਸੇ ਦਾ ਨਹੀਂ ਹੋਇਆ, ਜਾਨੀ ਮਾਲੀ ਨੁਕਸਾਨ ਤਾਂ ਹੋਇਆ ਪਰ ਜਾਨ ਸਾਰਿਆਂ ਦੀ ਬਚ ਗਈ ਕਿਉਂਕਿ ਸਟਾਫ ਘੱਟ ਸੀ ਤੇ ਉਹ ਜਦੋਂ ਖੱਪ ਸ਼ੁਰੂ ਹੋਈ ਹੋਣੀ ਆ, ਬਿਲਡਿੰਗ ਨੇ ਕੰਬਣਾ ਸ਼ੁਰੂ ਹੋਇਆ ਤੇ ਲੋਕ ਬਾਹਰ ਆ ਗਏ ਤੇ ਜਿਹੜਾ ਉਹ ਝੰਡੀ ਦੇ ਰਿਹਾ ਸੀ ਉਹ ਬੰਦਾ ਪ੍ਰਦੀਪ ਕੁਮਾਰ ਉਹ ਪਹਿਲਾਂ ਹੀ ਬਾਹਰ ਸੀ। ਤੇ 2004 ਦੇ ਵਿੱਚ ਸਟੇਸ਼ਨ ਉਸਾਰਿਆ ਗਿਆ। ਅਸੀਂ ਪ੍ਰੋਗਰਾਮ ਦੇ ਇਸੇ ਹਿੱਸੇ 'ਚ ਗੱਲ ਕਰਦੇ ਹਟੇ ਹਾਂ ਕਿ ਜਦੋਂ ਕੋਈ ਸਰਕਾਰੀ ਬਿਲਡਿੰਗ ਹੁੰਦੀ ਆ ਉਹਦੀ ਉਮਰ ਥੋੜੀ ਹੁੰਦੀ ਆ ਤੇ ਜਦੋਂ ਅਸੀਂ ਪ੍ਰਾਈਵੇਟ ਆਪਣੀਆਂ ਬਣਾਉਣੇ ਤੇ ਉਹਦਾ ਅਸੀਂ ਮੇਨਟੇਨੈਂਸ ਵੀ ਰੱਖਦੇ ਹਾਂ ਤੇ ਜੇ ਸਰਕਾਰੀ ਕੋਈ ਵਧੀਆ ਵੀ ਹੋਵੇ ਤਾਂ ਸਰਕਾਰ ਉਹਨੂੰ ਵੀ ਢਾਹ ਦਿੰਦੀ ਆ ਕਈ ਵਾਰ। ਜਿੱਦਾਂ ਹੁਣ ਸਾਡੀ ਵਿਧਾਨ ਜਿਹੜੀ ਸਾਡੀ ਸੰਸਦ ਆ ਉਹਨੂੰ ਹੁਣ ਛੱਡ ਕੇ ਤੇ ਨਵੀਂ ਸੰਸਦ ਬਣਾਉਣ ਲੱਗੇ ਆ ਮੋਦੀ ਸਾਹਿਬ, ਬੜਾ ਰੌਲਾ ਪਿਆ ਹੋਇਆ ਸੈਂਟਰਲ ਵਿਸਟਾ ਪ੍ਰੋਜੈਕਟ ਦਾ। ਪਰ ਇਸ ਸਟੇਸ਼ਨ ਦਾ ਡਿੱਗਣਾ ਇੱਕ ਟ੍ਰੇਨ ਲੰਘਣ ਨਾਲ, ਜੇ ਤਾਂ ਕਿਸੇ ਜ਼ਲਜ਼ਲੇ ਦੇ ਨਾਲ, ਕਿਸੇ ਭੁਚਾਲ ਦੇ ਨਾਲ ਜਾਂ ਕਿਸੇ ਤੂਫਾਨ ਦੇ ਨਾਲ ਜਾਂ ਕਿਸੇ ਹੜ੍ਹ ਦੇ ਨਾਲ ਡਿੱਗਿਆ ਹੁੰਦਾ ਤੇ ਮੰਨ ਲੈਂਦੇ। ਸਿਰਫ 100 ਦੀ ਸਪੀਡ ਦੇ ਨਾਲ ਜੇ ਟ੍ਰੇਨ ਲੰਘਦੀ ਆ ਉਹਦੇ ਨਾਲ ਹੀ ਜੇ ਸਟੇਸ਼ਨ ਡਿੱਗ ਜਾਂਦਾ ਤੇ ਮੋਦੀ ਸਾਹਿਬ ਜਦੋਂ ਸੁਪਰ ਟ੍ਰੇਨਸ ਚਲਾਉਣਗੇ ਇੱਥੇ ਉਦੋਂ ਕੀ ਹੋਵੇਗਾ। ਜਦੋਂ ਇਹ ਕਹਿੰਦੇ ਆ ਕਿ ਅਸੀਂ ਜਾਪਾਨ ਵਾਲੀਆਂ ਰਲਾ ਕੇ ਚਲਾਉਣੀਆਂ 200-250 ਦੀ ਸਪੀਡ ਨਾਲ, ਫਿਰ ਤੇ ਇਹਨਾਂ ਦੇ ਅੱਧੇ ਸਟੇਸ਼ਨ ਡਿੱਗ ਜਾਣੇ। ਕਰੋਨਾ ਦੇ ਦੌਰ 'ਚ ਸਵਲੀਨ ਜੀ ਅਸੀਂ ਬਿਹਾਰ ਦੀਆਂ, ਪੰਜਾਬ ਦੀਆਂ ਬਹੁਤ ਸਾਰੀਆਂ ਡਿਸਪੈਂਸਰੀਆਂ, ਬਹੁਤ ਸਾਰੇ ਹਸਪਤਾਲਾਂ ਦੀਆਂ ਫੋਟੋਆਂ ਦੇਖੀਆਂ ਜਿਹੜੇ ਕਹਿਣ ਨੂੰ ਤਾਂ ਬਿਲਡਿੰਗਾਂ ਨੇ ਪਰ ਉਹ ਜਰਜਰ ਹਾਲਤ 'ਚ ਨੇ, ਭੁਰ ਭਰਾਏ ਹੋਏ ਨੇ, ਜਦੋਂ ਮਰਜ਼ੀ ਉਹ ਡਿੱਗ ਸਕਦੇ ਨੇ। ਮਰੀਜ਼ਾਂ ਨੂੰ ਦਵਾਈ ਮਿਲੇ ਨਾ ਮਿਲੇ, ਸੀਮੈਂਟ ਤੇ ਸਫੈਦੀ ਜਿਹੜੀ ਉੱਥੇ ਜ਼ਰੂਰ ਕਿਰਦੀ ਮਿਲ ਜਾਂਦੀ। ਸੋ ਇਹ ਸਾਡੇ ਮੁਲਕ ਦੇ ਹਾਲਾਤ ਨੇ। ਜੇ 17 ਸਾਲ ਬਾਅਦ ਹੀ ਇੱਕ ਸਟੇਸ਼ਨ ਡਿੱਗ ਜਾਂਦਾ ਤੇ ਉਹ ਠੇਕੇਦਾਰ ਜਿਹਨੇ ਬਣਾਇਆ ਹੋਏਗਾ ਉਹਨੂੰ ਪੁੱਛਿਆ ਜਾਣਾ ਚਾਹੀਦਾ ਤੇ ਕੀ ਉੱਥੇ ਟੈਕਨੋਲੋਜੀ ਦੀ ਵਰਤੋਂ ਨਹੀਂ ਹੋਈ। ਇਹ ਤਾਂ ਪਹਿਲਾਂ ਪਤਾ ਸੀ ਨਾ ਕਿ ਇਹ ਰੇਲਵੇ ਸਟੇਸ਼ਨ ਆ, ਰੇਲ ਲਾਈਨ ਦੇ ਕੰਢੇ ਤੇ ਬਸਣਾ ਆ ਨੇ ਤੇ ਉੱਥੇ ਇਹਨੂੰ ਕੰਪਨ ਤੇ ਮਿਲਣੀ ਆ ਤੇ ਉਹਦੇ ਲਈ ਉਨੀ ਟੈਕਨੋਲੋਜੀ ਵਰਤੀ ਜਾਣੀ ਚਾਹੀਦੀ ਸੀ। ਜੇ ਅਸੀਂ ਦੁਨੀਆ ਦੇ ਵਿੱਚ ਦੇਖਦੇ ਹਾਂ 200-200 300-300 ਮੰਜ਼ਲੀਆਂ ਬਿਲਡਿੰਗਾਂ ਹੈਗੀਆਂ ਤੇ ਇੱਕ ਸਿੰਗਲ ਬਿਲਡਿੰਗ ਜਿਹੜੀ ਆ ਉਹਦੀ ਤਾਂ ਕੋਈ ਮੰਜ਼ਿਲ ਨਹੀਂ। ਤੇ ਇਹ ਵੀ ਖਬਰ ਆਈ ਕਿ ਉਹ ਬਿਲਡਿੰਗ ਬਹੁਤ ਜ਼ਿਆਦਾ ਪੁਰਾਣੀ ਨਹੀਂ ਸੀ, 13 ਸਾਲ ਪਹਿਲਾਂ ਬਣੀ ਸੀ। ਮੈਂ ਦੱਸਿਆ ਕਿ 2004 ਚ ਬਣੀ ਆ, 17 ਸਾਲ ਪੁਰਾਣਾ ਸਟੇਸ਼ਨ ਹੈ ਸਿਰਫ। ਤੇ ਇਸ ਹੁਣ ਇੱਕ ਸਟੇਸ਼ਨ ਨਹੀਂ ਡਿੱਗਿਆ ਜੀ, ਸਾਡੇ ਮੁਲਕ ਦੀ ਜਿਹੜੀ ਰੋਜ਼ ਦੀ ਰੋਜ਼ ਗਿਰਾਵਟ ਆ ਉਹਦੇ 'ਚ ਇੱਕ ਹੋਰ ਇੱਟ ਲੱਗ ਗਈ ਆ ਜਿਹੜੀ ਡਿੱਗ ਗਈ ਆ। ਜੀ ਚਲੋ ਹੁਣ ਗੱਲ ਥੋੜੀ ਜਿਹੀ ਸਿਆਸਤ ਦੀ ਵੀ ਕਰ ਲਈਏ, ਹਲਕੀ ਫੁਲਕੀ ਸਿਆਸਤ ਦੀ ਗੱਲ ਕਰ ਲਈਏ। ਪੰਜਾਬ ਕਾਂਗਰਸੀਆਂ ਦੇ ਵਿੱਚ ਜਿਹੜਾ ਕਲੇਸ਼ ਪਿਆ ਆ, ਸੁਣਿਆ ਵੀ ਉਹਨਾਂ ਨੂੰ ਹੱਲ ਕਰਨ ਲਈ 3 ਮੈਂਬਰੀ ਕਮੇਟੀ ਬਣਾਈ ਹਾਈ ਕਮਾਨ ਨੇ। ਜਿਹੜਾ ਕੰਮ ਰਾਜਨੀਤਿਕ ਚਾਹ ਦੀਆਂ ਚੁਸਕੀਆਂ ਨਹੀਂ ਕਰ ਸਕੀਆਂ, ਆਪਰੇਸ਼ਨ ਸੁਲਾ ਵੀ ਚੱਲੇ ਬਹੁਤ ਜ਼ਿਆਦਾ, ਉਹ ਸਭ ਕੁਝ ਨਹੀਂ ਕਰ ਸਕੇ ਤੇ ਇਹ 3 ਜਾਣੇ ਕਰ ਲੈਣਗੇ। ਹਰੀਸ਼ ਰਾਵਤ ਪੰਜਾਬ ਦੇ ਇੰਚਾਰਜ ਨੇ। ਇਹ ਕਾਂਗਰਸ ਤੋਂ ਹੀ ਇਹ ਕੰਮ ਸ਼ੁਰੂ ਹੋਇਆ ਸੀਗਾ ਕਿਉਂਕਿ ਵੱਡੀ ਪਾਰਟੀ ਸੀ, ਸਾਰੇ ਦੇਸ਼ ਦੇ ਵਿੱਚ ਇਹਨਾਂ ਦਾ ਪ੍ਰਚਾਰ ਪ੍ਰਸਾਰ ਸੀ ਤੇ ਫਿਰ ਇਹਨਾਂ ਨੇ ਮੁੱਖ ਮੰਤਰੀ ਦੇ ਨਾਲ ਮੁੱਖ ਮੰਤਰੀ ਦਾ ਪਾਰਟੀ ਹਾਈ ਕਮਾਂਡ ਦੇ ਨਾਲ ਰਾਬਤਾ ਬਣਿਆ ਰਵੇ, ਇਸ ਕਰਕੇ ਇਹਨਾਂ ਨੇ ਸਟੇਟਾਂ ਦੇ ਇੰਚਾਰਜ ਲਾਉਣੇ ਸ਼ੁਰੂ ਕਰਤੇ ਸੀ। ਤੇ ਉਸੇ ਕੜੀ ਦੇ ਵਿੱਚ ਹਰੀਸ਼ ਰਾਵਤ ਪੰਜਾਬ ਦੇ ਇੰਚਾਰਜ ਆ। ਉਸ ਤੋਂ ਪਹਿਲਾਂ ਆਸ਼ਾ ਕੁਮਾਰੀ ਜੀ ਰਹੇ ਆ ਤੇ ਹਰੀਸ਼ ਰਾਵਤ ਨੇ ਕੋਸ਼ਿਸ਼ ਕੀਤੀ ਆ ਪਰ ਜਿਹੜੇ ਪੰਜਾਬ ਦੇ ਲੀਡਰ ਆ ਉਹ ਆਪਣੇ ਆਪ ਦੇ ਵਿੱਚ ਵੱਡੇ ਨੇ ਤੇ ਉਹ ਹਰੀਸ਼ ਰਾਵਤ ਨੂੰ ਕੋਈ ਬਹੁਤਾ ਸਮਝੇ ਨਹੀਂ। ਹੁਣ ਉਹਨਾਂ ਦੇ ਨਾਲ 2 ਬੰਦਿਆਂ ਦੀ ਹੋਰ ਡਿਊਟੀ ਲਾਈ ਆ। ਮਲਗਰਜਨ ਖੜਗੇ ਜੀ ਆ ਜਿਹੜੇ ਲੋਕ ਸਭਾ 'ਚ ਸਾਡੇ ਲੀਡਰ ਵੀ ਰਹੇ ਤੇ ਨਾਲ ਦੀ ਨਾਲ ਦਿੱਲੀ ਤੋਂ JP ਅਗਰਵਾਲ ਆ। ਇਹ 3 ਮੈਂਬਰੀ ਕਮੇਟੀ ਬਣਾਈ ਆ। ਅਸਲ ਦੇ ਵਿੱਚ ਕੋਸ਼ਿਸ਼ ਹੈ ਉਹਨਾਂ ਦੀ ਕਿ ਚੋਣਾਂ ਤੋਂ ਪਹਿਲਾਂ ਜਿਹੜਾ ਇੱਕ ਰੌਲਾ ਪਿਆ ਹੋਇਆ ਉਹ ਸੰਭਾਲ ਲਿਆ ਜਾਵੇ ਤੇ ਲੋਕ ਜਿਹੜੇ ਇਹਨਾਂ ਨੂੰ ਜਿੱਦਾਂ ਦੇਖ ਰਹੇ ਨੇ, ਜਿੱਦਾਂ ਦੀ ਇਹ ਦਿੱਖ ਪਾਰਟੀ ਆਪਣੀ ਦਿਖਾ ਰਹੀ ਆ। ਅਸੀਂ ਪ੍ਰੋਗਰਾਮ 'ਚ ਗੱਲ ਕੀਤੀ ਕਿ ਕਾਂਗਰਸ ਦੇ ਵਿੱਚ ਜੇ ਆਪਸੀ ਕਲਾ ਨਾ ਹੋਵੇ, ਜੇ ਸਿਸਟਮ ਥੋੜਾ ਜਿਹਾ ਸੁਧਰ ਜਾਏ ਤੇ ਇਹ ਸੌਖਿਆਂ ਇਸ ਵਾਰ ਜਿੱਤ ਪ੍ਰਾਪਤ ਕਰਦੇ ਨਜ਼ਰ ਆਉਂਦੇ। ਤੇ ਹਾਈ ਕਮਾਂਡ ਦੀ ਕਮਜ਼ੋਰੀ ਆ ਕਿ ਇੱਥੇ ਜਿਹੜਾ ਸਿਸਟਮ ਹੈ ਸਾਰਾ ਕੁਝ ਠੀਕ ਨਹੀਂ ਹੈਗਾ ਤੇ ਹਾਲਾਤ ਦੇਖੋ। ਇਹ 3 ਮੈਂਬਰੀ ਕਮੇਟੀ ਕੀ ਕਰਦੀ ਆ ਕਿਉਂਕਿ ਕਮੇਟੀਆਂ ਬਣਦੀਆਂ ਨੇ ਪਰ ਹੁਣ ਕੁਝ 1-2 ਦਿਨਾਂ ਤੋਂ ਇਹ ਮਸਲਾ ਕੁਝ ਠੰਡਾ ਵੀ ਨਜ਼ਰ ਆ ਰਿਹਾ ਸੀ। ਦੇਖੋ ਕਮੇਟੀ ਦੇ ਮੈਂਬਰ ਪੰਜਾਬ ਆਉਂਦੇ ਨੇ ਜਾਂ ਡਿਜੀਟਲ ਮੀਟਿੰਗ ਕਰਦੇ ਨੇ, ਜ਼ੂਮ ਦੇ ਵਿੱਚ ਇਹਨਾਂ ਨੂੰ ਇੱਕ ਦੂਸਰੇ ਨੂੰ ਦੇਖਦੇ ਨੇ। ਸਿੱਧੂ ਸਾਹਿਬ ਨੇ, ਉਧਰ ਬਾਜਵਾ ਸਾਹਿਬ ਨੇ ਤੇ ਤ੍ਰਿਪਤ ਰੰਧਾਵਾ ਜੀ ਵੀ ਨੇ, ਪ੍ਰਗਟ ਸਿੰਘ ਨੇ, ਹੋਰ ਬਹੁਤ ਸਾਰੇ MLA ਨੇ ਜਿਹੜੇ ਬਹੁਤ ਕੁਝ ਬੋਲ ਰਹੇ ਨੇ। ਪਰ ਇਹਦੇ ਨਾਲ ਜੇ ਮੈਂ ਗੱਲ ਕਰਾਂ ਤੇ ਕੈਪਟਨ ਸਾਹਿਬ ਨੇ ਆਪਣਾ ਸਿਸਟਮ ਜਿਹੜਾ ਆ ਉਹ ਦੂਜੇ ਪਾਸਿਓਂ ਸ਼ੁਰੂ ਕੀਤਾ। 2 ਜੂਨ ਨੂੰ ਉਹਨਾਂ ਨੇ ਪੇ ਕਮਿਸ਼ਨ ਦੀ ਮੀਟਿੰਗ ਬੁਲਾਈ ਆ। ਅਸੀਂ ਗੱਲ ਕੀਤੀ ਸੀ ਕਿ 7ਵਾਂ ਪੇ ਕਮਿਸ਼ਨ ਜਿਹੜਾ ਲਾਗੂ ਹੋਣਾ ਹੈ, ਜੇ ਉਹ ਮੀਟਿੰਗ ਦੇ ਵਿੱਚ ਮਸਲਾ ਹੱਲ ਹੋ ਜਾਂਦਾ ਤੇ ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀਆਂ ਤਨਖਾਹਾਂ ਨੂੰ ਵਧਾਉਣ ਦਾ ਜੇ ਐਲਾਨ ਕਰ ਦਿੱਤਾ ਜਾਂਦਾ ਜੂਨ ਦੇ ਵਿੱਚ ਤੇ ਇੱਕ ਵੱਡਾ ਜਿਹੜਾ ਮਾਰਕਾ ਆ ਉਹ ਕੈਪਟਨ ਸਾਹਿਬ ਮਾਰ ਲੈਣਗੇ ਕਿਉਂਕਿ ਲੋਕ ਉਹਨਾਂ ਦੇ ਨਾਲ ਆ ਜਾਣਗੇ ਕਿ ਚੋਣਾਂ ਦਾ ਸਾਲ ਆ ਤੇ ਉਹਨਾਂ ਨੇ ਜੇ ਤਨਖਾਹਾਂ ਵਧਾ ਦਿੱਤੀਆਂ ਆ ਤੇ ਉਹ ਕੰਮ ਜਿਹੜਾ ਆ ਇੱਕ ਪਾਸਿਓਂ ਸੌਖਾ ਹੋ ਜੂ। ਦੂਸਰੀ ਗੱਲ ਜਿਹੜੀ ਸਿੱਟ ਆ ਉਹਨੇ ਆਪਣਾ ਕੰਮ ਕਾਫੀ ਤੇਜ਼ ਕੀਤਾ ਹੋਇਆ। ਤੁਸੀਂ ਵੀ ਗੱਲ ਕਰਦੇ ਸੀਗੇ ਕਿ 40-42 ਲੋਕਾਂ ਨੂੰ ਉਹਨਾਂ ਨੇ ਸਮਨ ਕੀਤੇ ਨੇ। ਪਹਿਲਾਂ ਕੁਝ 3-4 ਲੋਕ ਫੜੇ ਵੀ ਸੀ, ਉਸ ਤੋਂ ਬਾਅਦ ਵੀ ਕੁਝ 1-2 ਕਾਰਵਾਈਆਂ ਹੋਰ ਕੀਤੀਆਂ। ਤੇ ਜੇ ਉਹ ਸਿੱਟ ਆਪਣਾ ਕੰਮ ਕਰਦੀ ਆ ਤੇ ਫਿਰ ਕੈਪਟਨ ਸਾਹਿਬ ਉਸ ਮਸਲੇ ਤੇ ਵੀ ਲਿਪਾਪੋਚੀ ਕਰਨ ਦੇ ਜਾਂ ਉਹਦਾ ਕੋਈ ਨਾ ਕੋਈ ਰਿਜ਼ਲਟ ਜੇ ਆਉਣ ਵਾਲੇ ਸਮੇਂ 'ਚ ਕੱਢ ਦੇਣਗੇ ਤਾਂ ਉਹਦੇ ਵਿੱਚ ਵੀ ਉਹਨਾਂ ਦਾ ਭਲਾ ਹੋਵੇਗਾ। ਤੀਸਰੀ ਗੱਲ ਜਿਹੜੀ ਉਹਨਾਂ ਨੇ ਬੀਤੇ ਦਿਨ ਕੀਤੀ ਆ ਕਿ ਸਾਰੇ ਹੀ MLAs ਨੂੰ ਉਹਨਾਂ ਨੇ
13 ਕਰੋੜ ਦੀ ਜਿਹੜੀ ਗ੍ਰਾਂਟ ਆ ਉਹ ਦੇ ਦਿੱਤੀ ਆ ਤਾਂ ਜੋ ਆਪਣੇ ਹਲਕੇ ਦੇ ਜਿਹੜੇ ਉਹ ਵਿਕਾਸ ਦੇ ਕੰਮ ਆ ਉਹ ਕਰਾਏ ਜਾ ਸਕਣ। ਜੀ ਅਸੀਂ ਦੇਖਦੇ ਹਾਂ ਜਦੋਂ ਸਰਕਾਰਾਂ ਬਣਦੀਆਂ ਪਹਿਲੇ ਸਾਲ ਉਹ ਰੌਲਾ ਪਾਉਂਦੀਆਂ ਆ ਕਿ ਸਾਡੇ ਕੋਲ ਫੰਡਿੰਗ ਜਿਹੜੀ ਉਹ ਘੱਟ ਆ, ਪਿਛਲੀ ਸਰਕਾਰ ਖਜ਼ਾਨਾ ਖਾਲੀ ਕਰ ਗਈ, ਪਰ ਅਸੀਂ ਇਹਨੂੰ ਹੌਲੀ ਹੌਲੀ ਲੈ ਕੇ ਆਵਾਂਗੇ, ਖਜ਼ਾਨਾ ਭਰਾਂਗੇ। ਪੀਪੇ ਦਿਖਾਉਂਦੇ ਆ ਕਿ ਖਾਲੀ ਆ, ਫਿਰ ਕਹਿੰਦੇ ਅਸੀਂ ਢੱਕਣ ਲਾਵਾਂਗੇ, ਇਹਦੀਆਂ ਚੋਰ ਮੋਰੀਆਂ ਬੰਦ ਕਰਾਂਗੇ। ਮਨਪ੍ਰੀਤ ਜੀ ਨੇ ਇਹੋ ਜਿਹੀਆਂ ਗੱਲਾਂ ਕੀਤੀਆਂ ਤੇ ਹੁਣ ਉਹਨਾਂ ਨੇ 13 ਕਰੋੜ ਦੀ ਗ੍ਰਾਂਟ ਵੰਡੀ ਆ ਤੇ ਉਹ ਵੀ ਇਹ ਵੀ ਕਿਹਾ ਕਿ ਇਹਨੂੰ ਮੁਕਾਓ ਤੇ ਅਗਲੀ ਗ੍ਰਾਂਟ ਫਿਰ ਤਿਆਰ ਆ। ਸੋ ਇਹਦੇ ਨਾਲ ਇੱਕ ਫਰਕ ਜ਼ਰੂਰ ਹੋਵੇਗਾ ਕਿ ਇੱਕ ਤਾਂ ਸਾਰੇ ਐਮਐਲਏਜ਼ ਥੋੜੇ ਬਹੁਤੇ ਜੇ ਕੋਈ ਗੁੱਸੇ ਗਿਲੇ ਹੈਗੇ ਤੇ ਉਹ ਭੁਲਾ ਦੇਣਗੇ। ਵੱਡੀ ਸਮੱਸਿਆ ਜਿਹੜਾ ਵੱਡਾ ਪਾੜ ਪੈਣਾ ਸੀ ਉਹ ਸ਼ਾਇਦ ਹੁਣ ਨਾ ਪਵੇ ਤੇ ਦੂਸਰਾ ਉਹ ਥੋੜਾ ਜਿਹਾ ਉਸ ਪੈਸੇ ਨੂੰ ਆਪਣੇ ਹਲਕੇ ਦੇ ਵਿੱਚ ਖਰਚਣ ਦੇ ਵਿੱਚ ਵੀ ਬਿਜ਼ੀ ਹੋਣਗੇ। ਸੋ ਦੇਖੋ ਇਹ ਕਮੇਟੀ ਕੀ ਕਰਦੀ ਆ ਤੇ ਕੈਪਟਨ ਸਾਹਿਬ ਦੇ ਚੱਲੇ ਹੋਏ ਜਿਹੜੇ ਚਾਲਾਂ ਨੇ ਉਹ ਪੰਜਾਬ ਕਾਂਗਰਸ ਦਾ ਕੋਈ ਭਲਾ ਕਰਦੀਆਂ ਕਿ ਨਹੀਂ ਕਰਦੀਆਂ। ਤੇ ਨਾਲ ਦੀ ਨਾਲ ਜੇ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰੀਏ, ਉਹਨਾਂ ਨੇ ਵੀ ਕੱਲ ਰਾਜਸੀ ਕਮੇਟੀ ਐਲਾਨ ਕੀਤੀ ਹੈ 77 ਮੈਂਬਰੀ। 117 ਐਮਐਲਏ ਲੜਨੇ ਨੇ ਤੇ 77 ਮੈਂਬਰੀ ਕਮੇਟੀ ਬਣਾਤੀ ਹੈ ਜਿਹਨੇ ਇਹਨਾਂ ਦੇ ਰਾਜਸੀ ਪੱਖ ਦੇਖਣੇ ਨੇ। ਉਸ ਤੋਂ ਪਹਿਲਾਂ ਵੀ ਇਹਨਾਂ ਦੀ ਜਿਹੜੀ ਪਾਰਟੀ ਆ ਉਹਦੇ ਵਿੱਚ ਬਹੁਤ ਸਾਰੇ ਪ੍ਰਧਾਨ, ਮੀਤ ਪ੍ਰਧਾਨ, ਸੀਨੀਅਰ ਪ੍ਰਧਾਨ, ਸਕੱਤਰ ਤੇ ਬੜਾ ਲੰਬਾ ਚੌੜਾ ਲਾਮ ਲਸ਼ਕਰ ਆ। ਬਹੁਤ ਸਾਰੇ ਲੋਕਾਂ ਨੂੰ ਖੁਸ਼ ਕਰਨ ਦਾ ਯਤਨ ਹੈ ਕਿ ਤੁਹਾਨੂੰ ਜਿਹੜੇ ਅਹੁਦੇ ਪਾਰਟੀ 'ਚ ਦੇ ਦਿੱਤੇ ਗਏ ਨੇ। ਦੇਖਦੇ ਹਾਂ ਇਹ ਸਾਰੇ ਜਿਹੜਾ ਜੋ ਕੁਝ ਹੋ ਰਿਹਾ, ਜਿਹੜੀ ਖਿਚੜੀ ਬਣ ਰਹੀ ਹੈ, ਪੰਜਾਬ ਦੇ ਲੋਕਾਂ ਦਾ ਕੋਈ ਗਲਾ ਸਾਫ਼ ਕਰਦੀ ਆ ਜਾਂ ਫਿਰ ਲੀਡਰਾਂ ਜੋਗੀ ਹੋਈ ਜੀ। ਤੇ ਜੇ ਪੰਜਾਬ ਸਰਕਾਰ ਦੀ ਆਪਾਂ ਹੁਣ ਗੱਲ ਕਰ ਰਹੇ ਹਾਂ ਤੇ ਇਹਨਾਂ ਨੇ ਨਾ ਸਮਾਰਟ ਪਿੰਡ ਮੁਹਿੰਮ ਦੀ ਵੀ ਕਿਤੇ ਗੱਲ ਕੀਤੀ ਹੈ, ਉਹ ਕੀ ਆ? ਸੁਵਲੀਨ ਜੀ, ਗੱਲ ਤੇ ਉਹ ਬਹੁਤ ਚੰਗੀ ਆ, ਪਰ ਦੇਖਣਾ ਬਣੇਗਾ ਕਿ ਉਹ ਗੱਲ ਕਿਤੇ ਸਿਰੇ ਲੱਗਦੀ ਆ ਕਿ ਨਹੀਂ ਲੱਗਦੀ। ਪੰਜਾਬ ਦੇ ਵਿੱਚ ਜਦੋਂ ਅਸੀਂ ਪਿੰਡਾਂ ਦੀ ਗੱਲ ਕਰਦੇ ਹਾਂ, ਕਿਉਂਕਿ ਪਿੰਡਾਂ ਦਾ ਹੀ ਪੰਜਾਬ ਆ, ਸ਼ਹਿਰਾਂ ਦੀ ਗਿਣਤੀ ਘੱਟ ਆ, ਜੇ ਸ਼ਹਿਰ ਹੈ ਵੀ ਨੇ ਤੇ ਬਹੁਤ ਵੱਡੇ ਨਹੀਂ। ਤੇ ਸਾਰੇ ਹੀ ਪੰਜਾਬ ਦੀ ਨਹੀਂ ਗੱਲ ਕਰੀਏ, ਜੇ ਸਾਰੇ ਭਾਰਤ ਦੀ ਗੱਲ ਕਰੀਏ ਤੇ ਵੇਸਟੇਜ ਜਿਹੜੀ ਹੈ ਨਾ, ਚਾਹੇ ਉਹ ਪਾਣੀ ਦੀ ਆ ਤੇ ਚਾਹੇ ਉਹ ਕੂੜੇ ਦੀ ਆ, ਉਹ ਇੱਕ ਵੱਡੀ ਸਮੱਸਿਆ ਹੈ। ਮੈਂ ਆਪਣੀ ਜੇ ਗੱਲ ਕਰਾਂ ਤੇ ਅਸੀਂ ਆਪਣੇ ਬਚਪਨ ਦੇ ਵਿੱਚ ਪਿੰਡਾਂ ਦੇ ਦੁਆਲੇ ਏਡੇ ਕੂੜੇ ਦੇ ਢੇਰ ਨਹੀਂ ਸੀ ਦੇਖੇ। ਪਲਾਸਟਿਕ ਦਾ ਚੱਲਣ ਹੈ ਨਹੀਂ ਸੀ। ਪਾਣੀ ਸਿਰਫ ਨਲਕਿਆਂ ਨਾਲ ਗੇੜਿਆ ਜਾਂਦਾ ਸੀ ਤੇ ਲੋੜ ਜੋਗਾ ਗੇੜਿਆ ਜਾਂਦਾ ਸੀ, ਓਨਾ ਹੀ ਧਰਤੀ ਚੋਂ ਕੱਢਿਆ ਜਾਂਦਾ ਸੀ ਤੇ ਓਨਾ ਹੀ ਵਰਤਿਆ ਜਾਂਦਾ ਸੀ। ਸਰਕਾਰੀ ਟੂਟੀਆਂ ਆਉਣ ਦੇ ਨਾਲ ਜਿਹੜਾ ਪਾਣੀ ਆ, ਮੈਂ ਮੋਟਾ ਅੰਦਾਜ਼ਾ, ਮੈਂ ਕੋਈ ਪਾਣੀ ਦਾ ਐਕਸਪਰਟ ਨਹੀਂ, ਪਰ ਮੇਰੇ ਖਿਆਲ ਦੇ ਵਿੱਚ 30 ਤੋਂ 40% ਜਿਹੜਾ ਪਾਣੀ ਆ ਉਹੀ ਵਰਤਿਆ ਜਾਂਦਾ। 50 ਤੋਂ 60% ਜਾਂ 70% ਹੀ ਪਾਣੀ ਜਿਹੜਾ ਆ ਉਹ ਅਜਾਂ ਹੀ ਗਵਾਤਾ ਜਾਂਦਾ, ਜਿਹੜਾ ਕਿ ਬਹੁਤ ਮਿਹਨਤ ਦੇ ਨਾਲ ਜਿਹੜਾ ਧਰਤੀ ਚੋਂ ਕੱਢਿਆ ਜਾਂਦਾ। ਬਿਜਲੀ ਵੀ ਉੱਤੇ ਖਰਚੀ ਜਾਂਦੀ ਆ, ਫਿਰ ਘਰ ਪਹੁੰਚਾਇਆ ਜਾਂਦਾ ਤੇ ਫਿਰ ਉਹ ਅਜਾਂ ਹੀ ਗਵਾਤਾ ਜਾਂਦਾ। ਹੁਣ ਇਹਨਾਂ ਨੇ ਜਿਹੜੀ ਸਮਾਰਟ ਪਿੰਡ ਦੀ ਸ਼ੁਰੂਆਤ ਕੀਤੀ ਆ, ਉਹ ਮੰਤਰੀ ਸਾਹਿਬ ਨੇ ਕਿਹਾ ਕਿ ਅਸੀਂ ਪੰਜਾਬ ਦੇ ਜਿਹੜੇ ਸਾਰੇ ਛੱਪੜ ਆ ਉਹਨਾਂ ਨੂੰ ਮੌਨਸੂਨ ਦੇ ਆਉਣ ਤੋਂ ਪਹਿਲਾਂ ਯਾਨੀ ਕਿ ਜੁਲਾਈ ਤੋਂ ਪਹਿਲਾਂ ਸਾਫ਼ ਕਰਨਾ। ਉਹ ਤੇ ਜਿਹੜਾ ਪਾਣੀ ਆ ਗਲੀਆਂ ਚੋਂ ਨਾਲੀਆਂ ਚੋਂ ਲੰਘ ਕੇ ਉਹ ਛੱਪੜ ਭਰ ਜਾਂਦੇ ਨੇ ਤੇ ਉਹ ਪਾਣੀ ਵੀ ਸਾਫ਼ ਕਰਾਂਗੇ ਤੇ ਉਹਦੇ ਨਾਲ ਅਸੀਂ ਉੱਥੋਂ ਜਿਹੜੀ ਛੱਪੜਾਂ 'ਚ ਗਾਰ ਆ ਉਹ ਵੀ ਕੱਢਾਂਗੇ। ਪਰ ਇਹ ਕੋਈ ਸਥਾਈ ਪਾਲਿਸੀ ਨਹੀਂ। ਮੌਨਸੂਨ ਆਉਣੀ ਆ, ਠੀਕ ਆ, ਪਾਣੀ ਛੱਪੜਾਂ 'ਚ ਹੀ ਆਉਣਾ, ਪਰ ਕੀ ਜਿੱਦਾਂ ਅਸੀਂ ਬਹੁਤ ਪਹਿਲਾਂ ਇੱਕ ਵਾਰੀ ਗੱਲ ਕੀਤੀ ਸੀ, ਮੈਂ ਵਾਟਰ ਰਿਸੋਰਸ ਮੰਤਰੀ ਜਿਹੜੇ ਆ ਹਿੰਦੁਸਤਾਨ ਦੇ ਜਲ ਮੰਤਰੀ, ਉਹਨਾਂ ਦੀ ਬਿਆਨ ਸੁਣਿਆ ਸੀਗਾ ਕਿ ਜਿੰਨਾ ਸਾਨੂੰ ਪਾਣੀ ਚਾਹੀਦਾ ਉਹ ਤੋਂ 2 ਗੁਣਾ 3 ਗੁਣਾ 4 ਗੁਣਾ ਜ਼ਿਆਦਾ ਪਾਣੀ ਸਾਨੂੰ ਹਰ ਸਾਲ ਬਾਰਿਸ਼ ਤੋਂ ਮਿਲਦਾ, ਪਰ ਅਸੀਂ ਉਸ ਪਾਣੀ ਨੂੰ ਸੰਭਾਲ ਨਹੀਂ ਪਾਉਂਦੇ। ਤੇ ਸਾਡੇ ਇਸੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਐਕਸਪਰਟ ਹੁੰਦੇ ਆ ਕੁਲਦੀਪ ਜੀ, ਉਹ ਕਈ ਵਾਰ ਗੱਲ ਕਰਦੇ ਆ ਕਿ ਜੇ ਹਰ ਪਿੰਡ ਦਾ ਛੱਪੜ ਥੋੜਾ ਜਿਹਾ ਵੱਡਾ ਹੋਵੇ, ਉਹਨੂੰ ਪ੍ਰੋਪਰਲੀ ਥੱਲੇੋਂ ਡੂੰਘਾ ਕੀਤਾ ਹੋਵੇ ਤੇ ਉਹਦੇ ਨਾਲ ਦੀ ਨਾਲ ਜੇ ਉਹਨੂੰ ਪਾਣੀ ਨੂੰ ਸੰਭਾਲਣ ਦਾ ਹੋਵੇ, ਇੱਕ ਟ੍ਰੀਟਮੈਂਟ ਪਲਾਂਟ ਲਾਇਆ ਹੋਵੇ ਤੇ ਇਸ ਪਾਣੀ ਨੂੰ ਫਿਰ ਅਸੀਂ ਦੁਬਾਰਾ ਜੇ ਪੀਣ ਯੋਗ ਨਾ ਬਣਾਈਏ, ਓਡੇ ਵਧੀਆ ਟ੍ਰੀਟਮੈਂਟ ਪਲਾਂਟ ਨਾ ਵੀ ਲਾਈਏ ਤੇ ਉਸ ਪਾਣੀ ਨੂੰ ਜੇ ਅਸੀਂ ਖੇਤਾਂ ਜੋਗਾ ਹੀ ਵਰਤ ਲਈਏ ਤੇ ਬਹੁਤ ਕੁਝ ਅਸੀਂ ਬਚਾ ਸਕਦੇ। ਤੇ ਬਹੁਤ ਸਾਰੀਆਂ ਸੰਸਥਾਵਾਂ ਨੇ ਇਹੋ ਜਿਹੇ ਪਲਾਂਟ ਲਾਏ ਵੀ ਨੇ ਤੇ ਬਹੁਤ ਸਾਰੀਆਂ ਸਕੀਮਾਂ ਹੈ ਵੀ ਜਿਹਦੇ ਨਾਲ ਬਹੁਤੇ ਮਹਿੰਗੇ ਇਹ ਪਲਾਂਟ ਨਹੀਂ ਲੱਗਦੇ। ਜੇ 13 ਕਰੋੜ ਦੀ ਗੱਲ ਕਰੀਏ, ਜੇ 13 ਕਰੋੜ ਨਾਲ ਅਸੀਂ ਇਹੋ ਜਿਹੇ ਪਲਾਂਟ ਲਾ ਦਈਏ ਜਿਹਦੇ ਨਾਲ ਪੂਰੇ ਪੰਜਾਬ ਦਾ ਪਾਣੀ ਹੀ ਟ੍ਰੀਟਮੈਂਟ ਕਰ ਲਈਏ ਤੇ ਬਹੁਤ ਸੌਖਾ ਗੱਲ ਹੋਵੇਗੀ। ਤੇ ਦੂਸਰੀ ਗੱਲ ਅਸੀਂ ਦੱਸੀ ਆ ਕਿ ਕੂੜੇ ਦੇ ਢੇਰ ਜਿਹੜੇ ਨੇ, ਪਲਾਸਟਿਕ ਦੀ ਵਰਤੋਂ ਤੇ ਪਾਬੰਦੀ ਸਾਰੀਆਂ ਸਟੇਟਾਂ ਨੇ ਲਾਤੀ, ਪਰ ਤੁਸੀਂ ਕੋਈ ਪਾਬੰਦੀ ਦੇਖੀ? ਕੋਈ ਪੈਕਿੰਗ ਦੀ ਚੀਜ਼ ਨਹੀਂ ਜਿਹੜੀ ਬਿਨਾਂ ਪਲਾਸਟਿਕ ਤੋਂ ਨਹੀਂ ਮਿਲਦੀ। ਲੱਖਾਂ ਟਨ ਪਲਾਸਟਿਕ ਅਸੀਂ ਹਰ ਸਾਲ ਵੇਸਟ ਜਿਹੜੀ ਉਹ ਕਰ ਰਹੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਵਿਕਾਸਸ਼ੀਲ ਜਿਹੜੇ ਵਿਕਸਿਤ ਮੁਲਕ ਨੇ ਉਹਨਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਵਧੀਆ ਚੰਗੇ ਤਾਪਮਾਨ ਵਾਲੀਆਂ ਭੱਠੀਆਂ ਲਾ ਕੇ ਇਸ ਪਲਾਸਟਿਕ ਨੂੰ ਸਾੜ ਕੇ ਉਹ ਸਵਾਹ ਬਣਾਈ ਜਾਂਦੇ ਨੇ ਤੇ ਉਹਨੂੰ ਉਹ ਖੇਤਾਂ 'ਚ ਵੀ ਖਿਲਾਰੀ ਜਾਂਦੇ ਨੇ ਤੇ ਉਹ ਦੋਸ਼ ਮੁਕਤ ਆ। ਸੋ ਜੇ ਤੁਸੀਂ ਸਿਰਫ ਐਲਾਨ ਕਰਨੇ ਨੇ ਮੋਦੀ ਸਾਹਿਬ ਵਾਂਗੂ ਰੋਜ਼ ਦੀ ਰੋਜ਼, ਮੈਂ ਅੱਜ ਆਹ ਸਕੀਮ ਲਾਂਚ ਕਰਤੀ, ਅੱਜ ਮੈਂ ਭਾਰਤ ਸਵੱਛ ਕਰਤਾ, ਅੱਜ ਮੈਂ ਡਿਜੀਟਲ ਕਰਤਾ, ਅੱਜ ਮੈਂ ਨੋਟ ਮੁਕਤ ਕਰਤਾ, ਤੇ ਫਿਰ ਤੇ ਠੀਕ ਆ। ਜੇ ਅਸਲ 'ਚ ਕੁਝ ਕੰਮ ਕਰਨਾ ਤਾਂ ਫਿਰ ਤੁਸੀਂ 4.5 ਸਾਲ ਬਾਅਦ ਨਾ ਸਕੀਮਾਂ ਲਾਂਚ ਕਰੋ।
ਫਿਰ ਤੁਸੀਂ ਉਹਦੇ ਲਈ ਠੋਸ ਯੋਜਨਾਵਾਂ ਬਣਾਓ, ਮੁਲਕ ਨੂੰ ਆਪਣਾ ਮੁਲਕ ਤੇ ਆਪਣਾ ਘਰ ਸਮਝੋ। ਫਿਰ ਤੁਸੀਂ ਜਿਹੜੀ ਸਹੁੰ ਖਾਂਦੇ ਆ ਨਾ ਕਿ ਅਸੀਂ ਇਹਦੀ ਸੇਵਾ ਕਰਨ ਲਈ ਆਏ ਆ, ਉਹਦੇ ਤੇ ਅੱਧੇ ਪਚੱਧੇ ਵੀ ਜੇ ਤੁਸੀਂ ਪੂਰੇ ਉਤਰੋ ਤਾਂ ਫਿਰ ਪੰਜਾਬ ਦਾ ਭਲਾ ਜਿਹੜਾ ਉਹ ਹੋ ਸਕਦਾ। ਜੀ ਸ਼ਰਮਾ ਜੀ, ਹੋਰ ਮੁੱਦਿਆਂ ਤੇ ਗੱਲਬਾਤ ਕਰਨ ਦੀ ਸਮਾਂ ਸਾਨੂੰ ਇਸ ਵੇਲੇ ਇਜਾਜ਼ਤ ਨਹੀਂ ਦੇ ਰਿਹਾ। ਤੁਸੀਂ ਸਟੂਡੀਓ 'ਚ ਆਏ ਤੇ ਸਾਡੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਸ਼ੁਕਰੀਆ ਸੁਲੀਨ ਜੀ। ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਗਲੀ ਵਾਰ ਨਵੇਂ ਮੁੱਦਿਆਂ ਤੇ ਨਵੀਂ ਗੱਲਬਾਤ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।